ਪਹਿਲਾਂ ਬੜੀ ਚਰਚਾ ਚੱਲੀ ਕਿ ਤੁਹਾਡੀ ਪਾਰਟੀ ਰਾਜੇਵਾਲ ਨੂੰ ਆਪਣਾ ਸੀਐਮ ਫੇਸ ਬਣਾਉਣਾ ਚਾਹੁੰਦੀ ਹੈ। ਹੁਣ ਤੱਕ ਜਿੰਨੇ ਕੁ ਉਮੀਦਵਾਰ ਐਲਾਨੇ ਨੇ, ਖੰਨੇ ਦੀ ਸੀਟ ਤੁਸੀਂ ਖਾਲੀ ਰੱਖੀ ਹੈ, ਕਿ ਰਾਜੇਵਾਲ ਸਾਹਿਬ ਦੇ ਲਈ ਖਾਲੀ ਰੱਖੀ ਗਈ? ਤੁਸੀਂ ਖੁਸ਼ ਹੋਵੋਗੇ ਨਾ ਜੇ ਕਿਸਾਨ ਆਗੂ ਤੁਹਾਡੇ ਪਾਰਟੀ ਨਾਲ ਆ ਕੇ ਚੱਲਦੇ ਆ? ਮੇਰੀ ਸਮਝ ਬਤਾਵਾ ਕਿ ਮੇਰੀ ਪਾਰਟੀ ਦਾ ਵਿਊ ਪੁਆਇੰਟ ਪਤਾ ਨਹੀਂ ਹੈ ਕਿ ਨਹੀਂ ਹੈ, ਪਰ ਤੁਸੀਂ ਮੇਰਾ ਵਿਊ ਪੁਆਇੰਟ ਪੁੱਛੇ। ਮੇਰਾ ਵਿਊ ਪੁਆਇੰਟ ਹੈ ਕਿ ਜੇ ਉਹ ਇੰਡੀਪੈਂਡੈਂਟਲੀ ਸਾਰੇ ਪੰਜਾਬ ਦੇ ਵਿੱਚ ਚੋਣਾਂ ਲੜਦੇ ਨੇ ਤੇ ਉਹਦਾ ਇਨਡਾਇਰੈਕਟਲੀ ਬੈਨੀਫਿਟ ਹੈ ਜਿਹੜਾ ਉਹ ਬੀਜੇਪੀ ਨੂੰ ਹੋ ਜਾਣਾ ਹੈ। ਬੀਜੇਪੀ ਚਾਹੁੰਦੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇ। ਦੂਸਰਾ ਇਹ ਹੈ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਉੱਠਣ ਲੱਗੀ ਹੈ। ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖੁਦ ਆ ਕੇ ਗਏ ਨੇ ਕਿ ਜਲਦ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹੈਗੀ ਕਿ ਇਲੈਕਸ਼ਨਾਂ ਨੇੜੇ ਆ ਕੇ ਆਹ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਇਲੈਕਸ਼ਨਾਂ ਨੇੜੇ ਆ ਕੇ ਬੇਅਦਬੀਆਂ ਦੇ ਕੇਸਿਸ ਸ਼ੁਰੂ ਹੋ ਜਾਂਦੇ ਨੇ। ਇਲੈਕਸ਼ਨਾਂ ਨੇੜੇ ਆ ਕੇ ਜਿਹੜੇ ਬੌਂਬ ਬਲਾਸਟ ਨੇ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਉਂ? ਕਿ ਇਹਨਾਂ ਦੋ ਇਸ਼ੂਜ਼ ਦੇ ਨਾਲ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹ ਪ੍ਰੋਫਿਟੇਬਲ ਬਣ ਜੂਗੀ। ਕਿ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਹੜਾ ਸਰਕਾਰਾਂ ਨੇ ਨੌਕਰੀਆਂ ਤਾਂ ਚਿੱਟੇ ਦੀਆਂ ਪੁੜੀਆਂ ਫੜਾ ਰੱਖੀਆਂ ਨੇ ਉਹ ਬਚ ਜਾਣਗੇ ਉਸ ਤੋਂ? ਕੀ ਇਹਦੇ ਨਾਲ ਜੌਬ ਕ੍ਰੀਏਸ਼ਨ ਹੋ ਜੂਗੀ? ਕੀ ਇਹਦੇ ਨਾਲ ਹੈਲਥ ਔਰ ਐਜੂਕੇਸ਼ਨ ਸਿਸਟਮ ਜਿਹੜਾ ਖੁਦ ਆਪ ਬਿਮਾਰ ਹੋਇਆ ਪਿਆ ਹੈ ਉਹ ਵੈਂਟੀਲੇਟਰ ਤੋਂ ਬਾਹਰ ਆ ਜਾਊਗਾ? ਕੀ ਇਹਦੇ ਨਾਲ ਪੰਜਾਬ ਮੁੜ ਕੇ ਆਪਦਾ ਦੁਬਾਰਾ ਪਹਿਲੇ ਨੰਬਰ ਦੀ ਸਟੇਟ ਦਾ ਦਰਜਾ ਜਿਹੜਾ ਉਹ ਹਾਸਲ ਕਰ ਲੂਗਾ? ਕੀ ਇਹਦੇ ਨਾਲ ਪੰਜਾਬ ਦਾ ਜਿਹੜੇ ਡੂੰਘੇ ਪਾਣੀ ਜਾ ਰਹੇ ਨੇ, ਵਾਤਾਵਰਨ ਗੰਧਲਾ ਹੋ ਰਿਹਾ ਹੈ, ਮਿੱਟੀ ਗੰਧਲੀ ਹੋ ਰਹੀ ਹੈ, ਪਾਣੀ ਗੰਧਲੇ ਹੋ ਰਹੇ ਨੇ, ਉਹ ਠੀਕ ਹੋ ਜਾਊਗਾ? ਤੁਸੀਂ ਚਾਹੁੰਦੇ ਹੋ ਕਿ ਚੰਡੀਗੜ੍ਹ ਮਿਲਣਾ ਚਾਹੀਦਾ ਪੰਜਾਬ ਨੂੰ? ਅੱਜ ਸਭ ਤੋਂ ਵੱਧ ਜੇ ਕੋਈ ਕਰਜ਼ਈ ਹੈ ਤਾਂ ਪੰਜਾਬ ਹੈ। ਇਹਨਾਂ ਨੂੰ ਇਹ ਜਿਹੜੇ ਬਿਆਨ ਦਿੰਦੇ ਨੇ, ਚਾਹੇ ਅਕਾਲੀ ਨੇ ਚਾਹੇ ਕਾਂਗਰਸੀ ਨੇ, ਲੋਕਾਂ ਦੇ ਭਾਵਨਾਵਾਂ ਨਾਲ ਖੇਲਣ ਦੇ ਲਈ, ਇਹਨਾਂ ਨੂੰ ਐਂ ਤਾਂ ਪੁੱਛ ਲਓ ਵੀ ਸੰਭਾਲੋਗੇ ਕਿਵੇਂ, ਉਹਨੂੰ ਪਾਲੋਗੇ ਕਿਵੇਂ ਚੰਡੀਗੜ੍ਹ ਨੂੰ? ਪੰਜਾਬ ਦਾ ਹਰ ਸਾਲ PSPCL ਦਾ 6 ਤੋਂ 7,000 ਕਰੋੜ ਰੁਪਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਉਹ ਬਚਾਇਆ ਜਾ ਸਕਦਾ ਹੈ, ਪਰ ਬਚਾਉਂਦੇ ਨਹੀਂ ਹੈਗੇ। ਸਾਡਾ ਮੁੱਖ ਮੰਤਰੀ ਨਹੀਂ ਕੰਮ ਕਰਦਾ ਸੀ, ਮੁੱਖ ਮੰਤਰੀ ਇਸੇ ਕਰ ਕੰਮ ਨਹੀਂ ਕਰਦਾ ਸੀ, ਇਸ ਕਰਕੇ ਹੁਣ ਸਾਨੂੰ ਅਖੀਰਲੇ ਦਿਨਾਂ 'ਚ ਬਦਲਣਾ ਪਿਆ। ਤੇ ਹੁਣ ਵਾਲਿਆਂ ਤੋਂ ਕੀ ਹੋ ਗਿਆ ਜੀ? ਇਹ ਬਿੱਲ ਮੰਗਾਇਆ ਚੱਲਦੀ ਇੰਟਰਵਿਊ ਦੇ ਵਿੱਚ ਅਰੋੜਾ ਸਾਹਿਬ ਨੇ ਇਹਨਾਂ ਦਾ ਕਿਹਾ ਕਿ ਇੱਕ ਮਾਤਾ ਜੀ ਇਹਨਾਂ ਦੇ ਕੋਲ ਆਏ ਨੇ 58,000 ਰੁਪਏ ਉਹਨਾਂ ਦਾ। ਇਹ ਅਰੋੜਾ ਸਾਹਿਬ ਦੱਸ ਦਿਓ ਕਿ ਕੀ ਹਿਸਾਬ? ਹੁਣੇ ਅੱਜ 2 ਘੰਟੇ ਪਹਿਲਾਂ ਇੱਕ ਮੇਰੇ ਸਾਡੇ 20 ਨੰਬਰ ਵਾਰਡ 'ਚ ਮਾਤਾ ਜੀ ਨੇ ਉਹ ਦੇ ਕੇ ਗਏ ਨੇ 1.62 ਕਿਲੋਵਾਟ ਤੱਕ ਮਾਫ ਕੀਤਾ ਸੀਗਾ। ਸੈਂਕਸ਼ਨ ਲੋਡ 1.60 ਕਿਲੋਵਾਟ ਹੈ। ਪਿਛਲਾ ਸੀਗਾ ਜਿਹੜਾ ਬਿੱਲ ਉਹ 52,295 ਰੁਪਏ ਸੀਗਾ ਪਿਛਲੀ ਵਾਰ ਵਾਲਾ, ਪਿਛਲੇ ਸਾਈਕਲ ਦਾ। ਤੇ ਹੁਣ ਜਿਹੜਾ ਅੱਜ ਉਹ ਦੇ ਕੇ ਗਏ ਨੇ, ਕਹਿੰਦੀ ਜਿਹੜਾ ਸਾਨੂੰ ਕੱਲ ਆਇਆ ਉਹ ਇਹਦੇ ਉੱਪਰ 53,846 ਰੁਪਏ ਦਾ ਆ ਗਿਆ। ਮੈਂ ਇਹਨਾਂ ਦੇ ਘਰੇ ਹੋ ਕੇ ਆਇਆ ਸੀਗਾ 10 ਦਿਨ ਪਹਿਲਾਂ। ਸਿਰਫ 2 ਕਮਰੇ ਨੇ ਜਿਹਦੇ ਵਿੱਚੋਂ ਇੱਕ ਦੀ ਛੱਤ ਨਹੀਂ ਹੈਗੀ ਤੇ ਸਿਰਫ 2 ਬੱਲਬ ਨੇ, 2 ਬੱਲਬ ਨੇ ਸਿਰਫ। ਤੇ ਚੰਨੀ ਸਾਹਿਬ ਕਹਿੰਦੇ ਨੇ ਕਿ ਮੈਂ ਪਿਛਲੇ ਸਾਰੇ ਬਕਾਇਆ ਮਾਫ ਕਰਤੇ। ਕਿੱਥੋਂ ਮਾਫ ਕਰਤੇ ਜੀ? ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰੌਬਰਿੰਦਰ ਸਿੰਘ। ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਸਿਆਸੀ ਸਮੀਕਰਨ ਬਦਲ ਰਹੇ ਨੇ। ਅੱਜ ਹੀ ਆਏ ਚੰਡੀਗੜ੍ਹ MC ਦੇ ਨਤੀਜਿਆਂ ਨੇ ਹੋਰ ਬਹੁਤ ਸਾਰੀਆਂ ਚਰਚਾਵਾਂ ਵੀ ਛੇੜ ਦਿੱਤੀਆਂ ਨੇ। ਇੱਕ ਨਵੀਂ ਉਮੰਗ ਵੀ ਪੈਦਾ ਕੀਤੀ ਹੈ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ। 14 ਸੀਟਾਂ ਤੇ ਜੇਤੂ ਰਹੀ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਵੱਡਾ ਘਾਟਾ ਚੰਡੀਗੜ੍ਹ ਦੇ ਵਿੱਚ ਪੈ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਵਾਲੇ ਇਹ ਰਿਜ਼ਲਟ ਪੰਜਾਬ ਦੀ ਜਿਹੜੀ 2022 ਦੇ ਵਿੱਚ ਸਿਆਸਤ ਹੈ ਉਹਦੀ ਅਸਲ ਪਿਕਚਰ ਦਿਖਾਉਣਗੇ। ਇਹਨਾਂ ਤਮਾਮ ਪਹਿਲੂਆਂ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਜੀ ਮੌਜੂਦ ਨੇ। ਅਰੋੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਬਹੁਤ ਮੁਬਾਰਕਬਾਦ ਹੈ ਜਿਸ ਤਰੀਕੇ ਦਾ ਪਰਫਾਰਮ ਤੁਹਾਡੀ ਪਾਰਟੀ ਨੇ ਚੰਡੀਗੜ੍ਹ 'ਚ ਕੀਤਾ ਹੈ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਤੁਹਾਨੂੰ ਤੇ ਤੁਹਾਡੇ ਚੈਨਲ ਸਾਰੇ ਸਰੋਤਾਵਾਂ ਨੂੰ ਚੜ੍ਹਦੀਆਂ ਕਲਾਵਾਂ 'ਚ ਰੱਖਣ ਜੀ। ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਮੋਰਲ ਬੂਸਟਰ ਹੈ ਜੋ ਚੰਡੀਗੜ੍ਹ ਦੇ ਵਿੱਚ ਅੱਜ, ਚਾਹੇ ਮੈਜੋਰਿਟੀ ਤੋਂ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਹਾਂ, ਪਰ ਮੈਂ ਸਮਝਦਾ ਕਿ 25 ਸਾਲਾਂ ਦਾ ਜਿਨ੍ਹਾਂ ਨੇ ਬੀਜੇਪੀ ਔਰ ਕਾਂਗਰਸ ਨੇ ਰਾਜ ਕੀਤਾ ਹੈ ਉਹਨਾਂ ਦੇ ਗਵਰਨੈਂਸ ਮਾਡਲ ਨੂੰ ਚੰਡੀਗੜ੍ਹ ਦੇ ਲੋਕਾਂ ਨੇ ਨਕਾਰਿਆ ਤੇ ਇੱਕ ਨਵੇਂ ਜੋਸ਼ ਦੇ ਨਾਲ, ਨਵੀਂ ਉਮੀਦ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਗੁੱਡ ਗਵਰਨੈਂਸ ਦਾ ਮਾਡਲ ਹੈ ਦਿੱਲੀ ਦੇ ਵਿੱਚ, ਉਹਨੂੰ ਐਕਸੈਪਟ ਕੀਤਾ। ਤੇ ਮੈਂ ਸਮਝਦਾ ਕਿ ਇਹ ਤਾਂ ਜਿਵੇਂ ਕਹਿੰਦੇ ਨੇ ਕਿ ਇਹ ਤਾਂ ਹਜੇ ਝਾਕੀ ਹੈ, ਫਿਲਮ ਹਜੇ ਬਾਕੀ ਹੈ ਪੰਜਾਬ ਦੇ ਵਿੱਚ। ਜਿਹੜੀ ਪਿਛਲੀ ਵਾਰ ਵੀ ਸਾਡੀ ਜਿਹੜੀ ਪਰਫਾਰਮੈਂਸ ਸੀ ਉਹ ਐਜ਼ ਪਰ ਐਕਸਪੈਕਟੇਸ਼ਨ ਨਹੀਂ ਆਈ ਸੀ, ਪਰ ਇਸ ਵਾਰ ਜਿਸ ਤਰੀਕੇ ਦਾ ਅੰਡਰ ਕਰੰਟ ਹੈ
ਇਸੇ ਅੰਡਰ ਕਰੰਟ ਦਾ ਫਲੋ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਗਿਆ ਤੇ ਚੰਡੀਗੜ੍ਹ ਦੀ ਇਸ ਜਿੱਤ ਦਾ ਜਿਹੜਾ ਮੈਂ ਸਮਝਦਾ ਕਿ ਵੇਵਸ ਨੇ ਉਹ ਪੰਜਾਬ ਦੇ ਵਿੱਚ ਆਉਣੀਆਂ ਨੇ ਤੇ 22 ਦੇ ਵਿੱਚ ਸਾਡੀ ਸਰਕਾਰ ਹੈ ਜਿਹੜੀ ਅਸੀਂ ਪੰਜਾਬ ਦੇ ਲੋਕ ਬਣਾਉਣਗੇ। ਪਰ ਅਰੋੜਾ ਸਾਹਿਬ ਇੱਕ ਸਵਾਲ ਪੈਦਾ ਹੋ ਗਿਆ ਕਿ ਪਾਰਟੀ ਨੇ ਪਰਫਾਰਮ ਬਹੁਤ ਤਕੜਾ ਕੀਤਾ। ਪਹਿਲੀ ਵਾਰ ਪਾਰਟੀ ਇਲੈਕਸ਼ਨ ਲੜਦੀ ਹੈ ਐਮਸੀ ਦੀ ਤੇ 14 ਸੀਟਾਂ ਜਿੱਤ ਲੈਂਦੀ ਹੈ। ਬਹੁਮਤ ਤੋਂ ਥੋੜਾ ਜਿਹਾ ਤੁਸੀਂ ਪਿੱਛੇ ਰਹਿ ਗਏ ਹੋ। ਹੁਣ ਅਗਲਾ ਕੀ ਹੋਏਗਾ? ਨਗਰ ਨਿਗਮ ਦੇ ਵਿੱਚ ਮੇਅਰ ਕਿੱਦਾਂ ਆਪ ਦਾ ਬਣੇਗਾ ਹੁਣ? ਨਹੀਂ ਚਲੋ ਇਹਦੇ ਬਾਰੇ ਇਹ ਜੀ ਕਿਉਂਕਿ ਰਿਜ਼ਲਟਸ ਇਹ ਜੇ ਹੁਣੇ ਆਏ ਨੇ, ਮੈਂ ਆਪਦੇ ਹਲਕੇ ਦੇ ਸੁਨਾਮ ਦੇ ਵਿੱਚ ਬਿਜ਼ੀ ਹਾਂ। ਇਹਦੇ ਬਾਰੇ ਤਾਂ ਜੋ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉੱਥੇ ਜਿਹੜੇ ਐਮਸੀਜ਼ ਚੁਣੇ ਗਏ ਨੇ ਉਹਨਾਂ ਦੇ ਨਾਲ ਸਲਾਹ ਮਸ਼ਵਰੇ ਦੇ ਨਾਲ ਪਾਰਟੀ ਕੀ ਐਕਸ਼ਨ ਕਰਦੀ ਹੈ, ਕੀ ਪਾਰਟੀ ਪਲਾਨ ਕਰਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ਪਤਾ ਲੱਗੇਗਾ। ਮੈਂ ਤਾਂ ਇਹ ਬੜਾ ਪ੍ਰੀ ਮੈਚੁਰ ਹੈ ਮੇਰੇ ਵੱਲੋਂ ਕੁਝ ਵੀ ਕਹਿਣਾ। ਦਿੱਲੀ 'ਚ ਕਾਂਗਰਸ ਨਾਲ ਇੱਕ ਵਾਰ ਤੁਸੀਂ 49 ਦਿਨ ਦੀ ਸਰਕਾਰ ਬਣਾਈ ਸੀ ਤੁਹਾਡੀ ਪਾਰਟੀ ਨੇ। ਲੱਗਦਾ ਕਿ ਹੁਣ ਜਿਹੜੇ 8 ਕਾਂਗਰਸ ਦੇ ਐਮਸੀ ਬਣੇ ਨੇ ਉਹਨਾਂ ਦੇ ਨਾਲ ਕੋਈ ਵਿਚਾਰ ਵਟਾਂਦਰਾ ਹੋ ਸਕਦਾ ਹੈ ਇਸ ਨੂੰ ਲੈ ਕੇ? ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਜੀ ਕਿ ਇਹ ਤੁਸੀਂ ਪ੍ਰੀ ਮੈਚੁਰ ਸਵਾਲ ਹੈ ਤੇ ਗਲਤ ਬੰਦੇ ਨੂੰ ਪੁੱਛ ਰਹੇ ਹੋ। ਮੈਂ ਤਾਂ ਪਾਰਟੀ ਦਾ ਬਹੁਤ ਛੋਟਾ ਜਿਹਾ ਤੇ ਨਿਮਾਣਾ ਜਿਹਾ ਵਰਕਰ ਹਾਂ ਪੰਜਾਬ ਦਾ। ਇਹ ਚੰਡੀਗੜ੍ਹ ਬਾਰੇ ਫੈਸਲਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਆਪ ਜਿਹੜੇ ਸਾਡੇ ਉੱਥੋਂ ਦੇ ਇੰਚਾਰਜ ਜਰਨੈਲ ਸਿੰਘ ਹੋਣੀ ਤੇ ਜਿਹੜੇ ਐਮਸੀ ਚੁਣੇ ਗਏ ਨੇ ਉਹਦੇ ਬਾਰੇ ਫੈਸਲਾ ਜਿਹੜਾ ਉਹ ਅਰਵਿੰਦ ਜੀ ਨੇ ਲੈਣਾ ਜੋ ਚੰਡੀਗੜ੍ਹ ਦੇ ਲੋਕਾਂ ਦੀ ਬਿਹਤਰੀ ਵਾਸਤੇ ਹੋਏਗਾ, ਜੋ ਪਾਰਟੀ ਦੀ ਮਜ਼ਬੂਤੀ ਵਾਸਤੇ ਹੋਏਗਾ, ਅਰਵਿੰਦ ਜੀ ਉਹ ਫੈਸਲਾ ਲੈਣਗੇ। ਠੀਕ ਹੈ ਅਮਨ ਜੀ, ਪੰਜਾਬ ਆ ਜਾਂਦੇ ਆ। ਚੰਡੀਗੜ੍ਹ ਤਾਂ ਤੁਹਾਡੀ ਪਾਰਟੀ ਨੇ ਚੰਗਾ ਪਰਫਾਰਮ ਕੀਤਾ। ਹੁਣ ਇਲੈਕਸ਼ਨ ਆ ਰਹੀ ਹੈ, ਬਹੁਤ ਸਾਰੇ ਗੱਠਜੋੜ ਨਵੇਂ ਦੇਖਣ ਨੂੰ ਮਿਲ ਰਹੇ ਨੇ। ਥੋੜੇ ਦਿਨ ਪਹਿਲਾਂ ਕਿਸਾਨਾਂ ਨੇ ਵੀ ਆਪਣਾ ਸਿਆਸੀ ਮੰਚ ਖੜਾ ਕੀਤਾ ਹੈ ਤੇ ਅੱਜ ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਕੈਪਟਨ ਅਮਰਿੰਦਰ ਤੇ ਬੀਜੇਪੀ ਦੇ ਨਾਲ ਚਲੇ ਗਏ ਨੇ। ਸਭ ਤੋਂ ਪਹਿਲਾਂ ਮੈਂ ਸਵਾਲ ਤੁਹਾਨੂੰ ਪੁੱਛੂੰਗਾ, ਕਿਸਾਨੀ ਮੋਰਚੇ ਤੋਂ ਜੋ ਸਿਆਸੀ ਮੋਰਚਾ ਬਣਿਆ ਉਸ ਦੇ ਬਾਰੇ ਪਰਸਨਲੀ ਤੁਹਾਡੀ ਕੀ ਰਾਏ ਆ? ਆਉਣਾ ਚਾਹੀਦਾ ਸੀ ਕਿਸਾਨਾਂ ਨੂੰ? ਜੇ ਨਹੀਂ ਤਾਂ ਕਿਉਂ? ਜੇ ਹੈਗੇ ਨੇ ਤਾਂ ਕਿਸ ਤਰੀਕੇ ਦੇ ਨਾਲ ਫਿਰ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਸਿਆਸਤ ਦੇ ਵਿੱਚ ਵੀ ਪਰਫਾਰਮ ਕਰ ਸਕਦੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੋਰਚਾ ਲੜਿਆ? ਨਹੀਂ ਦੇਖੋ ਇਹ ਤਾਂ ਫਿਰ ਉਹੀ ਗੱਲ ਬੜਾ ਪ੍ਰੀ ਮੈਚੁਰ ਹੈ ਕਹਿਣਾ ਕਿ ਉਹ ਕਿਵੇਂ ਲੜਦੇ ਨੇ, ਕਿਹਦੇ ਨਾਲ ਲੜਦੇ ਨੇ ਜਾਂ ਇਕੱਲਿਆਂ ਲੜਦੇ ਨੇ। ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਜਾਂ ਫਾਇਦਾ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਹਜੇ ਤਾਂ ਉਹਨਾਂ ਦੀ ਆਪਦੀ ਪਿਕਚਰ ਹੀ ਕੁਝ ਕਲੀਅਰ ਨਹੀਂ। ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਹਜੇ ਇਹਨਾਂ ਕਨਕਲੂਜਨਸ ਦੇ ਉੱਪਰ ਜੰਪ ਕਰਨਾ, ਨਤੀਜਿਆਂ ਦੇ ਉੱਪਰ ਅੱਜ ਹੀ ਛਾਲ ਮਾਰਨਾ, ਇਹ ਕੋਈ ਬਹੁਤਾ ਮੇਰੇ ਖਿਆਲ ਦੇ ਵਿੱਚ ਕੋਈ ਲੌਜੀਕਲ ਗੱਲ ਨਹੀਂ ਹੈਗੀ। ਥੋੜੀ ਜਿਹੀ ਪਿਕਚਰ ਕਲੀਅਰ ਹੋਣ ਦਿਓ, ਉਹ ਤੋਂ ਬਾਅਦ ਕੱਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਸ ਤਰ੍ਹਾਂ ਦੀ ਕਲੀਅਰ ਹੋ ਸਕਦੀ ਹੈ ਅਰੋੜਾ ਸਾਹਿਬ? ਕਿਉਂਕਿ ਚਰਚਾਵਾਂ ਬਹੁਤ ਨੇ, ਸਿਆਸੀ ਰਾਜੇਵਾਲ ਦੇ ਸਿਆਸੀ ਮੋਰਚੇ ਨੂੰ ਲੈ ਕੇ ਵੀ ਚਰਚਾਵਾਂ ਬਹੁਤ ਨੇ। ਪਹਿਲਾਂ ਬੜੀ ਚਰਚਾ ਚੱਲੀ ਕਿ ਤੁਹਾਡੀ ਪਾਰਟੀ ਰਾਜੇਵਾਲ ਨੂੰ ਆਪਣਾ ਸੀਐਮ ਫੇਸ ਬਣਾਉਣਾ ਚਾਹੁੰਦੀ ਹੈ। ਹੁਣ ਚਰਚਾਵਾਂ ਚੱਲ ਰਹੀਆਂ ਨੇ ਕਿ ਜੋ ਸਿਆਸੀ ਮੰਚ ਬਣਾਇਆ ਰਾਜੇਵਾਲ ਦੀ ਅਗਵਾਈ ਦੇ ਵਿੱਚ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਦੇ ਨਾਲ ਗੱਠਜੋੜ ਕਰ ਸਕਦਾ ਹੈ। ਜੇਕਰ ਗੱਠਜੋੜ ਹੁੰਦਾ ਤੇ ਫਿਰ ਖੁਸ਼ੀ ਹੋਏਗੀ। ਤੇ ਤੁਹਾਨੂੰ ਕੀ ਲੱਗਦਾ ਫਿਰ ਕਿੰਨੀ ਕੁ ਸ਼ਕਤੀ ਗੱਠਜੋੜ ਦੀ ਇਹ ਵੱਧ ਜਾਏਗੀ? ਦੇਖੋ ਇਸ ਤਰ੍ਹਾਂ ਹੈ ਕਿ ਫਿਰ ਗੱਲ ਫਿਰ ਉਹੀ ਜਾਂਦੀ ਕਿ ਬੜੀਆਂ ਇਹ ਪ੍ਰੀ ਮੈਚੁਰ ਗੱਲਾਂ ਨੇ, ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ ਸਾਰੀ। ਇਹ ਤਾਂ ਪ੍ਰਿਜ਼ੰਪਸ਼ਨਾਂ ਤੇ ਅਜ਼ੰਪਸ਼ਨਾਂ ਨੇ ਵੀ ਜੇ ਐ ਹੋਇਆ ਤਾਂ ਇਹ ਹੋਊਗਾ, ਜੇ ਐ ਹੋਇਆ ਤਾਂ ਇਹ ਹੋਊਗਾ। ਇਹਨਾਂ ਗੱਲਾਂ ਦੇ ਨਾਲ, ਇਹਨਾਂ ਤਰੀਕੇ ਦੇ ਨਾਲ ਰਾਜਨੀਤੀ ਨਹੀਂ ਚੱਲਦੀ ਹੈਗੀ। ਰਾਜਨੀਤੀ ਦੇ ਵਿੱਚ ਉਹਦੀ ਗੱਲ ਕਰਨ ਦਾ ਫਾਇਦਾ ਹੁੰਦਾ ਜਦੋਂ ਕੋਈ ਠੋਸ ਚੀਜ਼ ਤੁਹਾਨੂੰ ਸਾਹਮਣੇ ਨਜ਼ਰ ਆਉਂਦੀ ਹੋਵੇ। ਜਦੋਂ ਤੱਕ ਉਹਨਾਂ ਦਾ ਆਪਦੀ ਕਲੈਰਿਟੀ ਨਹੀਂ ਹੈਗੀ ਉਹ ਤਾਂ ਕੁਝ ਵੀ ਕਹਿਣਾ ਮੈਂ ਸਮਝਦਾ ਕਿ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਪਰ ਮੈਂ ਮੰਨ ਕੇ ਚੱਲਦਾ ਕਿ ਜੇ ਤਾਂ ਜਿਵੇਂ ਹੁਣ ਸਪੋਜ਼ ਜਿਹੜਾ ਕਿਸਾਨਾਂ ਨੇ ਰਲ ਮਿਲ ਕੇ ਇੱਕ ਬਹੁਤ ਵੱਡਾ ਮੋਰਚਾ ਜਿਹੜਾ ਉਹ ਜਿੱਤਿਆ, ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ, ਉਹ ਮੋਰਚਾ ਜਿੱਤਿਆ। ਉਹ ਇਸ ਕਰਕੇ ਜਿੱਤਿਆ ਕਿਉਂਕਿ ਉਹ ਨਾਨ ਪੋਲੀਟੀਕਲ ਰਹੇ ਨੇ ਤੇ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਬਹੁਤੇ ਲੰਬੇ ਜੋੜੇ ਤੌਰ ਦੇ ਉੱਪਰ ਕਰ ਨਹੀਂ ਦਿੱਤੀ ਹੈਗੀ। ਨੰਬਰ 1 ਉਹਨਾਂ ਨੇ ਐਜ਼ ਅ ਪ੍ਰੈਸ਼ਰ ਗਰੁੱਪ ਕੰਮ ਕੀਤਾ। ਹੁਣ ਉਹਨਾਂ ਨੇ ਫੈਸਲਾ ਲੈ ਲਿਆ ਕਿ ਉਹ ਇਲੈਕਟੋਰਲ ਫੀਲਡ ਦੇ ਵਿੱਚ ਉਤਰ ਰਹੇ ਨੇ। ਹੁਣ ਜੇ ਤਾਂ ਉਹ ਕਿਸੇ ਪਾਰਟੀ ਦੇ ਨਾਲ ਗੱਠਜੋੜ ਕਰਕੇ, ਪਾਰਟੀ ਦੇ ਪਲੇਟਫਾਰਮ ਦੇ ਨਾਲ ਆਪਦਾ ਪਲੇਟਫਾਰਮ ਜੋੜ ਕੇ ਜੇ ਇੱਕ ਥਾਂ ਦੇ ਉੱਪਰ ਲੜਦੇ ਨੇ ਉਸ ਪੋਲੀਟੀਕਲ ਪਾਰਟੀ ਦੇ ਨਾਲ, ਫਿਰ ਤਾਂ ਉਸ ਪਾਰਟੀ ਨੂੰ ਵੀ ਤੇ ਕਿਸਾਨਾਂ ਨੂੰ ਵੀ ਬਹੁਤ ਵੱਡਾ ਬਲ ਹੈ ਜਿਹੜਾ ਉਹ ਮਿਲੇਗਾ ਤੇ ਵਨ ਸਾਈਡਡ ਗੇਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਜਾਣੀ ਹੈ। ਮੈਂ ਜੇ ਲਾ ਰਿਹਾ ਕਿਉਂਕਿ 2 ਆਪਸ਼ਨਾਂ ਨੇ ਇਸ ਦੇ ਵਿੱਚ। ਇੱਕ ਤਾਂ ਮੈਂ ਤੁਹਾਨੂੰ ਦੱਸਦਾ ਵੀ ਸਪੋਜ਼ ABC ਜਿੰਨੀਆਂ ਵੀ ਪਾਰਟੀਆਂ ਨੇ ਉਹਦੇ ਨਾਲ ਰਲ ਕੇ ਲੜਦੇ ਨੇ ਤਾਂ ਉਹ 'ਚ ਕਿਸਾਨਾਂ ਨੂੰ ਵੀ ਫਤਿਹ ਹਾਸਲ ਹੋਣੀ ਹੈ ਤੇ ਉਸ ਪੋਲੀਟੀਕਲ ਪਾਰਟੀ ਨੂੰ ਵੀ ਫਤਿਹ ਹਾਸਲ ਹੋਣੀ ਹੈ। ਨੰਬਰ 1। ਸੈਕੰਡ ਆਪਸ਼ਨ ਇਹ ਹੈ, ਸੈਕੰਡ ਸਿਨੈਰੀਓ ਇਹ ਹੈ ਕਿ ਜੇ ਉਹ ਇੰਡੀਪੈਂਡੈਂਟਲੀ ਆਪ ਚੋਣਾਂ ਲੜਨ ਦਾ ਫੈਸਲਾ ਕਰਦੇ ਨੇ ਤਾਂ
ਮੇਰੀ ਸਮਝ ਮੁਤਾਬਕ ਇਹ ਮੇਰੀ ਪਾਰਟੀ ਦਾ ਵਿਊ ਪੁਆਇੰਟ ਪਤਾ ਨਹੀਂ ਹੈ ਕਿ ਨਹੀਂ ਹੈ, ਪਰ ਤੁਸੀਂ ਮੇਰਾ ਵਿਊ ਪੁਆਇੰਟ ਪੁੱਛੇ, ਮੇਰਾ ਵਿਊ ਪੁਆਇੰਟ ਹੈ ਕਿ ਜੇ ਉਹ ਇੰਡੀਪੈਂਡੈਂਟਲੀ ਸਾਰੇ ਪੰਜਾਬ ਦੇ ਵਿੱਚ ਚੋਣਾਂ ਲੜਦੇ ਨੇ ਤੇ ਉਹਦਾ ਇਨਡਾਇਰੈਕਟਲੀ ਬੈਨੀਫਿਟ ਹੈ ਜਿਹੜਾ ਉਹ ਬੀਜੇਪੀ ਨੂੰ ਹੋ ਜਾਣਾ ਹੈ। ਉਹ ਕਿਉਂ ਹੋ ਜਾਣਾ ਹੈ? ਉਹਦਾ ਰੀਜ਼ਨ ਹੈ ਇੱਕ, ਉਹ ਇਸ ਕਰਕੇ ਹੋ ਜਾਣਾ ਹੈ ਕਿ ਚਾਹੇ ਅਕਾਲੀ ਦਲ ਹੈ, ਉਹਨਾਂ ਦਾ ਆਧਾਰ ਹੈ ਜਿਹੜਾ ਉਹ ਵੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੈ, ਕਿਸਾਨਾਂ ਦੇ ਵਿੱਚ ਹੈ, ਚਾਹੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆ, ਮਾਲਵੇ ਦੀ ਬੈਲਟ ਦੇ ਵਿੱਚ, ਉਹਦਾ ਵੀ ਬੈਨੀਫਿਟ ਹੈ ਜਿਹੜਾ ਉਹ ਉਹਦਾ ਵੀ ਆਪਣਾ ਸਾਡਾ ਵੀ ਵੋਟ ਸ਼ੇਅਰ ਹੈ ਜਿਹੜਾ ਉਹ ਜ਼ਿਆਦਾ ਪਿੰਡਾਂ ਦੇ ਵਿੱਚ ਹੈ। ਕਾਂਗਰਸ ਦੀ ਵੀ ਆਪਦੀ ਪੈਨੇਟ੍ਰੇਸ਼ਨ ਹੈ ਜਿਹੜੀ ਹੋਲਡ ਪਿੰਡਾਂ ਦੇ ਵਿੱਚ ਹੈਗਾ। ਇਹਦੇ ਨਾਲ ਹੋਏਗਾ ਕੀ ਕਿ ਔਰ ਚੌਥੇ ਕਿਸਾਨ ਜਥੇਬੰਦੀਆਂ ਕਿਸਾਨ ਪਾਰਟੀ ਆ ਗਈ। ਜੇ ਕਿਸਾਨਾਂ ਦੀਆਂ ਪਿੰਡਾਂ ਦੀਆਂ ਵੋਟਾਂ 4 ਥਾਵੇਂ ਵੰਡੀਆਂ ਗਈਆਂ ਤੇ ਉਹਦਾ ਸਿੱਧਾ ਬੈਨੀਫਿਟ ਕਿਹਨੂੰ ਹੋਊਗਾ? ਬੀਜੇਪੀ ਨੂੰ, ਕਿਉਂਕਿ ਉਹਨਾਂ ਦੀ ਸ਼ਹਿਰੀ ਵੋਟ ਹੈ ਜਿਹੜੀ ਉਹ ਕਿਤੇ ਵੰਡੀ ਨਹੀਂ ਜਾਣੀ ਹੈਗੀ। ਸੋ ਜਾਨੀ ਕਿ ਕਿਸੇ ਨਾ ਕਿਸੇ ਨਾਲ ਅਲਾਈਅੰਸ ਕਰ ਲੈਣਾ ਚਾਹੀਦਾ ਕਿਸਾਨਾਂ ਨੂੰ। ਮੈਂ ਉਸੇ ਪੁਆਇੰਟ ਤੇ ਆ ਰਿਹਾ ਸੀਗਾ ਵੀ ਇਹ 2 ਸਿਨੈਰੀਓ ਨੇ ਜਿਹੜੇ ਮੇਰੀ ਸਮਝ ਮੁਤਾਬਕ ਜੇ ਉਹ ਇੰਡੀਪੈਂਡੈਂਟਲੀ ਲੜਦੇ ਨੇ ਤਾਂ ਉਹਦਾ ਡਾਇਰੈਕਟਲੀ ਇਨਡਾਇਰੈਕਟਲੀ ਬੈਨੀਫਿਟ ਹੈ ਜਿਹੜਾ ਉਹ ਬੀਜੇਪੀ ਨੂੰ ਜਾਊਗਾ। ਸੋ ਉਹਨਾਂ ਦੇ ਲਈ ਬਿਹਤਰ ਇਹੀ ਹੈ ਵੀ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਵਾਲੇ ਪਲੇਟਫਾਰਮ ਦੇ ਨਾਲ ਹੀ ਆਪਦਾ ਪਲੇਟਫਾਰਮ ਜੋੜ ਕੇ ਇੱਕ ਪਲੇਟਫਾਰਮ ਦੇ ਉੱਪਰ ਜੇ ਉਹ ਇਲੈਕਸ਼ਨ ਲੜਨਗੇ ਤਾਂ ਬੈਨੀਫਿਟ ਉਹਨਾਂ ਨੂੰ ਵੀ ਹੋਏਗਾ, ਬੈਨੀਫਿਟ ਉਸ ਪਾਰਟੀ ਨੂੰ ਵੀ ਹੋਏਗਾ ਤੇ ਬੈਨੀਫਿਟ ਉਹ ਪੰਜਾਬ ਨੂੰ। ਬੀਜੇਪੀ ਨੂੰ ਇਸ ਤਰੀਕੇ ਦੇ ਨਾਲ ਉਹ ਪਰਾਂ ਰੱਖਣ ਦੇ ਵਿੱਚ ਕਾਮਯਾਬ ਹੋ ਜਾਣਗੇ। ਠੀਕ ਹੈ ਅਰੋੜਾ ਸਾਹਿਬ, ਤੁਹਾਡੀ ਗੱਲ ਸਹੀ ਹੈ, ਪਰ ਕਾਫੀ ਸਾਰੀਆਂ ਗੱਲਾਂ ਨੇ ਜਿਹੜੇ ਇਸ਼ਾਰਾ ਇਸ ਵੱਲ ਲੈ ਕੇ ਜਾ ਰਹੀਆਂ ਨੇ ਕਿ ਸ਼ਾਇਦ ਕਿਸਾਨਾਂ ਦਾ ਗੱਠਜੋੜ ਤੁਹਾਡੀ ਪਾਰਟੀ ਨਾਲ ਹੋ ਸਕਦਾ। ਸਭ ਤੋਂ ਵੱਡਾ ਪੁਆਇੰਟ ਇਹੀ ਆ ਰਿਹਾ ਕਿ ਤੁਹਾਡੀ ਪਾਰਟੀ ਨੇ ਹੁਣ ਤੱਕ ਜਿੰਨੇ ਕੁ ਉਮੀਦਵਾਰ ਐਲਾਨੇ ਨੇ, ਖੰਨੇ ਦੀ ਸੀਟ ਤੁਸੀਂ ਖਾਲੀ ਰੱਖੀ ਹੈ, ਕਿ ਰਾਜੇਵਾਲ ਸਾਹਿਬ ਦੇ ਲਈ ਖਾਲੀ ਰੱਖੀ ਗਈ ਹੈ? ਨਹੀਂ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਗਲਤ ਬੰਦੇ ਨੂੰ ਸਵਾਲ ਪੁੱਛ ਰਹੇ ਹੋ। ਮੈਂ ਤਾਂ ਪਾਰਟੀ ਦਾ ਸਭ ਤੋਂ ਛੋਟਾ ਤੇ ਨਿਮਾਣਾ ਵਰਕਰ ਹਾਂ, ਮੈਨੂੰ ਨਹੀਂ ਪਤਾ ਹੈਗਾ ਕਿ ਉਹ ਸੀਟ ਕਿਹਦੇ ਵਾਸਤੇ ਖਾਲੀ ਰੱਖੀ ਹੈ। ਇਕੱਲੇ ਉਹਦੀ ਗੱਲ, ਖੰਨੇ ਦੀ ਸੀਟ ਦੀ ਗੱਲ ਕਰਦੇ ਹੋ। ਹਜੇ ਮੇਰੇ ਖਿਆਲ 'ਚ 72 ਜਾਂ 73 ਕੈਂਡੀਡੇਟ ਨੇ ਜਿਹੜੇ ਉਹ ਐਲਾਨੇ, ਹਜੇ ਵੀ ਮੈਨੂੰ ਲੱਗਦਾ 40-45 ਕੈਂਡੀਡੇਟ ਨੇ ਜਿਹੜੇ ਉਹ ਐਲਾਨੇ ਰਹੇ। ਇਕੱਲਾ ਤੁਹਾਨੂੰ ਖੰਨਾ ਹੀ ਤੁਸੀਂ ਕਿਉਂ ਦੇਖਦੇ ਹੋ? ਸੋ ਇਸ ਕਰਕੇ ਹਜੇ ਇਹ ਚੀਜ਼ਾਂ ਦੇ ਉੱਪਰ ਗੱਠ ਜੋੜ ਦੀਆਂ ਗੱਲਾਂ ਬਾਤਾਂ ਦੇ ਉੱਪਰ ਅਰਵਿੰਦ ਜੀ ਹੋਣੀ ਪਾਰਟੀ ਦੀ ਟੌਪ ਲੀਡਰਸ਼ਿਪ ਹੈ ਜਿਹੜੀ ਉਹ ਵਿਚਾਰ ਵਟਾਂਦਰਾ ਕਰ ਰਹੀ ਆ। ਤੁਸੀਂ ਖੁਸ਼ ਹੋਵੋਗੇ ਨਾ ਜੇ ਕਿਸਾਨ ਆਗੂ ਤੁਹਾਡੇ ਪਾਰਟੀ ਨਾਲ ਆ ਕੇ ਚੱਲਦੇ ਆ? ਮੈਂ ਜੇ ਜ਼ਾਤੀ ਤੌਰ ਤੇ ਪੁੱਛਦੇ ਹੋ, ਮੈਂ ਹਰੇਕ ਉਸ ਫੈਸਲੇ ਦੇ ਨਾਲ ਖੁਸ਼ ਹਾਂ ਜਿਹੜਾ ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੇ ਵਪਾਰੀਆਂ ਨੂੰ ਬਚਾ ਸਕਦਾ ਹੋਵੇ ਤੇ ਮਜ਼ਬੂਤ ਕਰ ਸਕਦਾ ਹੋਵੇ। ਕਿਸਾਨਾਂ ਨੇ ਇੱਕ ਮੈਚੁਰ ਲੀਡਰਸ਼ਿਪ ਦਾ ਸਬੂਤ ਹੈ ਜਿਹੜਾ ਉਹ ਇਸ ਸੰਘਰਸ਼ ਦੇ ਵਿੱਚ ਦਿੱਤਾ ਹੈ ਤੇ ਮੈਂ ਉਹਨਾਂ ਸਾਰੀਆਂ ਗੱਲਾਂ ਦੇ ਨਾਲ ਖੁਸ਼ ਹਾਂ ਜਿਹੜੀ ਮੇਰੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਮੇਰੇ ਲੀਡਰ ਜਿਹੜਾ ਫੈਸਲਾ ਕਰਦੇ ਨੇ, ਮੈਂ ਸਾਰੀਆਂ ਗੱਲਾਂ ਦੇ ਨਾਲ ਖੁਸ਼ੀ ਹੁੰਦਾ। ਨਵਾਂ ਗੱਠਜੋੜ ਜਿਹੜਾ ਬਣ ਗਿਆ ਅੱਜ, ਸੁਖਦੇਵ ਸਿੰਘ ਢੀਂਡਸਾ ਵੀ ਚਲੇ ਗਏ ਨੇ ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਇਸ ਬਾਰੇ ਕੀ ਸੋਚਦੇ ਹੋ? ਕਿਸ ਤਰੀਕੇ ਦੇ ਨਾਲ ਇਹ ਕੀ ਲੋਕ ਵਿਸ਼ਵਾਸ ਕਰਨਗੇ ਇਸ ਗੱਠਜੋੜ ਤੇ ਜਾਂ ਨਹੀਂ ਕਰਨਗੇ? ਦੇਖੋ ਇਸ ਤਰ੍ਹਾਂ ਕਿ ਇਹਦੇ ਬਾਰੇ ਦੇਖੋ ਮੇਰੀ ਆਦਤ ਨਹੀਂ ਹੈ ਮੈਂ ਐਵੇਂ ਕਿੰਤੂ ਪਰੰਤੂ ਹਰੇਕ ਤੇ ਕਰੀ ਚੱਲਾਂ। ਹਰੇਕ ਬੰਦੇ ਨੂੰ, ਹਰੇਕ ਪੋਲੀਟੀਕਲ ਪਾਰਟੀ ਨੂੰ ਆਪੋ ਆਪਣਾ ਰਾਈਟ ਹੈ ਕਿ ਉਹ ਇਲੈਕਸ਼ਨਾਂ ਨੇ ਜਿਹੜੀਆਂ ਉਹ ਇਕੱਲਿਆਂ ਲੜਨੀਆਂ, ਕਿਸੇ ਨਾਲ ਰਲ ਕੇ ਲੜਨੀਆਂ। ਪਰ ਮੈਂ ਇਹ ਮੰਨ ਕੇ ਚੱਲਦਾ ਕਿ ਸਰ ਸੁਖਦੇਵ ਸਿੰਘ ਢੀਂਡਸਾ ਜੀ ਹੁਣੀ ਬੜੇ ਮੇਰੇ ਸਤਿਕਾਰਯੋਗ ਨੇ, ਬੜੇ ਸੀਨੀਅਰ ਲੀਡਰ ਨੇ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਬੜੇ ਸਤਿਕਾਰਯੋਗ ਲੀਡਰ ਰਹੇ ਨੇ, ਪਰ ਪਰਫਾਰਮੈਂਸ ਹੈ ਜਿਹੜੀ ਉਹ ਉਹਨਾਂ ਪਾਰਟੀਆਂ ਦਾ ਹਿੱਸਾ ਰਹੇ ਨੇ ਜਿਹੜੀਆਂ ਕਿ ਅੱਜ ਤੱਕ ਪਰਫਾਰਮ ਨਹੀਂ ਕਰਕੇ ਦੇ ਸਕੀਆਂ ਹੈਗੀਆਂ। ਜਿਹੜੀਆਂ ਅਲਾਮਤਾਂ ਅੱਜ ਪੰਜਾਬ ਦੇ ਵਿੱਚ ਜਿਸ ਹਾਲਾਤ ਦੇ ਵਿੱਚ ਪੰਜਾਬ ਪਹੁੰਚਿਆ ਪਿਆ, ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਉਹਨਾਂ ਪਾਰਟੀਆਂ ਦਾ ਹੀ ਹਿੱਸਾ ਨੇ ਜਿਹੜੇ ਉਹ ਰਹੇ ਨੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਸ ਅਲਾਇੰਸ ਦੇ ਨਾਲ ਕੋਈ ਨਵੀਂ ਚੀਜ਼, ਨਵੇਕਲੀ ਚੀਜ਼, ਕੋਈ ਨਵੀਂ ਉਮੀਦ, ਆਸ ਦੀ ਕਿਰਨ ਪੰਜਾਬੀਆਂ ਨੂੰ ਨਜ਼ਰ ਆਵੇ। ਮੈਨੂੰ ਇਹ ਮੁਸ਼ਕਿਲ ਹੀ ਲੱਗਦਾ ਹੈ। ਇਹ ਕਾਰਨ ਹੋ ਸਕਦਾ ਕਿ ਲੋਕਾਂ ਨੇ ਹੰਢਾਏ ਹੋਏ ਨੇ ਲੀਡਰ ਇਸ ਕਰਕੇ, ਕਿਉਂਕਿ ਸਾਰੀ ਉਮਰ ਉਹਨਾਂ ਨੇ ਸਿਆਸਤ ਕੀਤੀ ਹੈ। ਇੱਕ ਨੇ ਅਕਾਲੀ ਦਲ ਦੇ ਵਿੱਚ ਕੀਤੀ ਹੈ, ਇੱਕ ਨੇ ਕਾਂਗਰਸ ਦੇ ਵਿੱਚ ਕੀਤੀ ਹੈ। ਕੀ ਲੱਗਦਾ ਕਿ ਹੁਣ ਇਸ ਕਰਕੇ ਵੀ ਲੋਕ ਉਧਰ ਵੱਲ ਜ਼ਿਆਦਾ ਨਹੀਂ ਸੋਚ ਰਹੇ? ਦੇਖੋ ਡੈਫੀਨੇਟਲੀ ਜੀ, ਹੁਣ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਜਾਂ ਰਾਹ ਪੈ ਜਾਣੀ ਜਾਂ ਵਾਹ ਪੈ ਜਾਣੀ ਹੈ। ਹੁਣ ਚਾਹੇ ਅਕਾਲੀ ਦਲ ਦੇ ਵਿੱਚ ਉਸ ਸਮੇਂ ਹਿੱਸਾ ਢੀਂਡਸਾ ਸਾਹਿਬ ਹੋਣੀ ਵੀ ਸੀਗੇ, ਚਾਹੇ ਕਾਂਗਰਸ ਨੂੰ ਲੀਡ ਹੀ 20 ਸਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੀਤਾ, ਤੇ ਚਾਹੇ ਹੁਣ ਬੀਜੇਪੀ ਦਾ ਇਹਨਾਂ ਜਿਹੜੇ ਇਸ ਤੋਂ ਪਹਿਲਾਂ ਬਾਈ ਇਲੈਕਸ਼ਨ ਹੋ ਕੇ ਹਟੇ ਨੇ ਉਹਨਾਂ ਦੇ ਵਿੱਚ ਮਲੀਆ ਮੇਟ ਹੋ ਗਿਆ। ਅੱਜ ਚੰਡੀਗੜ੍ਹ ਦੇ ਵਿੱਚ ਉਹ ਪਛੜ ਗਏ ਨੇ। ਸੋ ਜਦੋਂ ਲੋਕ ਹੰਢਾ ਵਰਤਾ ਲੈਂਦੇ ਨੇ ਤੇ ਉਸ ਤੋਂ ਬਾਅਦ ਉਹ ਪਾਰਟੀਆਂ, ਉਹ ਸਰਕਾਰਾਂ ਪਰਫਾਰਮ ਨਹੀਂ ਕਰ ਪਾਉਂਦੀਆਂ ਹੈਗੀਆਂ ਤੇ ਲੋਕ ਨਕਾਰ ਦਿੰਦੇ ਨੇ। ਇਹਨਾਂ ਤਿੰਨਾਂ ਦੀ ਪਰਫਾਰਮੈਂਸ ਹੈ ਜਿਹੜੀ,
ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਾਰਟੀ ਹੈ, ਚਾਹੇ ਬੀਜੇਪੀ ਹੈ, ਤੇ ਚਾਹੇ ਸਰ ਸੁਖਦੇਵ ਸਿੰਘ ਢੀਂਡਸਾ ਜੀ ਹੋਣਾ ਦੀ ਪਾਰਟੀ ਹੈ, ਇਹਨਾਂ ਨੂੰ ਦੇਖ ਕੇ ਲੋਕ ਹੰਢਾ ਵਰਤਾ ਚੁੱਕੇ ਨੇ। ਮੈਨੂੰ ਨਹੀਂ ਲੱਗਦਾ ਹੈਗਾ ਕਿ ਉੱਤਰ ਕਾਟੋ ਮੈਚ ਚੜ੍ਹਾਉਣ ਵਾਲੀ ਹੁਣ ਤੀਜੀ ਡਾਹਣੀ ਦੇ ਵਿੱਚ ਉੱਪਰ ਜਾ ਕੇ ਲੋਕ ਬੈਠਣਗੇ, ਮੈਨੂੰ ਨਹੀਂ ਲੱਗਦਾ ਹੈਗਾ। ਲੋਕ ਨਵਾਂ ਇੱਕ ਪਲੇਟਫਾਰਮ ਹੈ, ਜਿਹੜਾ ਨਵਾਂ ਇੱਕ ਪੋਲੀਟੀਕਲ ਆਲਟਰਨੇਟਿਵ ਹੈ, ਉਹ ਭਾਲਦੇ ਨੇ, ਤੇ ਉਹ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਕੁਝ ਹੈ ਨਹੀਂ। ਬੀਜੇਪੀ ਪੰਜਾਬ ਦੇ ਵਿੱਚ ਆਉਣ ਲਈ ਬਹੁਤ ਕੁਝ ਕਰ ਰਹੀ ਹੈ। ਹੁਣ ਖੇਤੀ ਕਾਨੂੰਨ ਜਿਹੜੇ ਵਾਪਸ ਲਏ ਨੇ, ਲੋਕਾਂ ਦਾ ਜ਼ਿਆਦਾਤਰ ਇਹੀ ਮੰਨਣਾ ਹੈ ਕਿ ਇਲੈਕਸ਼ਨ ਨੂੰ ਦੇਖ ਕੇ, ਯੂਪੀ ਤੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਆਪਣੇ ਕਾਨੂੰਨ ਵਾਪਸ ਲਏ ਨੇ। ਦੂਸਰੀਆਂ ਦੋ ਅਹਿਮ ਗੱਲਾਂ ਨੇ ਕਿ ਇੱਕ ਤਾਂ ਹੁਣ ਗੱਲ ਚੱਲ ਰਹੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇ। ਦੂਸਰਾ ਇਹ ਹੈ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਉੱਠਣ ਲੱਗੀ ਹੈ। ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖੁਦ ਆ ਕੇ ਗਏ ਨੇ ਕਿ ਜਲਦ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ। ਇਹਨਾਂ ਦੋ ਮਾਮਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਿਆਸਤ ਦੇ ਨਾਲ ਜੁੜੇ ਹੋਏ ਨੇ ਸਿੱਧੇ ਤਰੀਕੇ ਨਾਲ। ਦੇਖੋ ਜੀ, ਇਸ ਤਰ੍ਹਾਂ ਕਿ ਮੈਂ ਬੜੀ ਸਪਸ਼ਟ ਜੀ ਗੱਲ ਕਰਨ ਵਾਲਾ ਬੰਦਾ, ਮੈਨੂੰ ਬਹੁਤੀ ਗੋਲ ਜਿਹੀਆਂ ਗੱਲਾਂ ਮੈਨੂੰ ਕਰਨੀਆਂ ਆਉਂਦੀਆਂ ਨਹੀਂ ਹੈਗੀਆਂ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਗੱਲਾਂ ਨੇ ਜਿਹੜੀਆਂ, ਇਹ ਆ ਕੇ ਇਲੈਕਸ਼ਨ ਵੇਲੇ ਕਿਉਂ ਚੱਲਦੀਆਂ ਨੇ? ਕਿ ਨੋ ਡਾਊਟ ਇਹ ਇੰਪੋਰਟੈਂਟ ਇਸ਼ੂ ਹੈਗੇ, ਇੰਪੋਰਟੈਂਟ ਇਸ਼ੂ ਹੋ ਸਕਦੇ ਨੇ, ਪਰ ਕੀ ਇਹਨਾਂ ਦੋ ਇਸ਼ੂਜ਼ ਦੇ ਨਾਲ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹ ਪ੍ਰੋਫਿਟੇਬਲ ਬਣ ਜੂਗੀ, ਉਹ ਲਾਹੇਵੰਦ ਧੰਦਾ ਬਣ ਜੂਗੀ? ਕੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਹੜਾ ਸਰਕਾਰਾਂ ਨੇ ਨੌਕਰੀਆਂ ਤਾਂ ਚਿੱਟੇ ਦੀਆਂ ਪੁੜੀਆਂ ਫੜਾ ਰੱਖੀਆਂ ਨੇ, ਉਹ ਬਚ ਜਾਣਗੇ ਉਸ ਤੋਂ? ਕੀ ਇਹਦੇ ਨਾਲ ਜੌਬ ਕ੍ਰੀਏਸ਼ਨ ਹੋ ਜੂਗੀ? ਕੀ ਇਹਦੇ ਨਾਲ ਹੈਲਥ ਔਰ ਐਜੂਕੇਸ਼ਨ ਸਿਸਟਮ ਜਿਹੜਾ ਖੁਦ ਆਪ ਬਿਮਾਰ ਹੋਇਆ ਪਿਆ ਹੈ, ਉਹ ਵੈਂਟੀਲੇਟਰ ਤੋਂ ਬਾਹਰ ਆ ਜਾਊਗਾ? ਕੀ ਇਹਦੇ ਨਾਲ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਉਤਰ ਜੂਗਾ? ਕੀ ਇਹਦੇ ਨਾਲ ਪੰਜਾਬ ਮੁੜ ਕੇ ਆਪਦਾ ਦੁਬਾਰਾ ਪਹਿਲੇ ਨੰਬਰ ਦੀ ਸਟੇਟ ਦਾ ਦਰਜਾ ਜਿਹੜਾ ਉਹ ਹਾਸਲ ਕਰ ਲੂਗਾ? ਕੀ ਇਹਦੇ ਨਾਲ ਪੰਜਾਬ ਦਾ ਜਿਹੜੇ ਡੂੰਘੇ ਪਾਣੀ ਜਾ ਰਹੇ ਨੇ, ਵਾਤਾਵਰਨ ਗੰਧਲਾ ਹੋ ਰਿਹਾ ਹੈ, ਮਿੱਟੀ ਗੰਧਲੀ ਹੋ ਰਹੀ ਹੈ, ਪਾਣੀ ਗੰਧਲੇ ਹੋ ਰਹੇ ਨੇ, ਉਹ ਠੀਕ ਹੋ ਜੂਗਾ? ਭਾਈ ਸਾਹਿਬ, ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਦੇ, ਜੇ ਉਹ ਕੱਲ ਨੂੰ ਸਪੋਜ਼ ਕੋਈ ਇਹੋ ਜਿਹੀ ਲੋਕਾਂ ਦੇ ਇਮੋਸ਼ਨਸ ਨਾਲ ਖੇਡਣ ਵਾਲੀਆਂ ਗੱਲਾਂ ਜੇ ਮੈਂ ਵੀ ਕਰਾਂ, ਤਾਂ ਮੈਂ ਤੁਹਾਨੂੰ ਬੇਨਤੀ ਕਰੂੰ ਕਿ ਮੈਨੂੰ ਟੋਕਿਓ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹੈਗੀ ਕਿ ਇਲੈਕਸ਼ਨਾਂ ਨੇੜੇ ਆ ਕੇ ਆਹ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਇਲੈਕਸ਼ਨਾਂ ਨੇੜੇ ਆ ਕੇ ਬੇਅਦਬੀਆਂ ਦੇ ਕੇਸਿਸ ਸ਼ੁਰੂ ਹੋ ਜਾਂਦੇ ਨੇ, ਇਲੈਕਸ਼ਨਾਂ ਨੇੜੇ ਆ ਕੇ ਜਿਹੜੇ ਬੌਂਬ ਬਲਾਸਟ ਨੇ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਉਂ? ਇਹਨਾਂ ਚੀਜ਼ਾਂ ਤੋਂ ਨਿਕਲਣਾ ਪਊਗਾ, ਇਹਨਾਂ ਚੀਜ਼ਾਂ ਤੋਂ ਬਚਣਾ ਪਊਗਾ। ਪ੍ਰੈਕਟੀਕਲੀ ਕੀ ਹੋਣਾ ਚਾਹੀਦਾ, ਮਸਲੇ ਕੀ ਨੇ, ਤੇ ਉਹਨਾਂ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ, ਉਹਦਾ ਰੋਡ ਮੈਪ ਕੀ ਹੋਊਗਾ ਕਿਹੜੀ ਪਾਰਟੀ ਦਾ, ਉਹਨਾਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰੀਏ। ਇਹ ਤਾਂ ਸਿਰਫ ਔਰ ਸਿਰਫ ਲੋਕਾਂ ਨੂੰ ਉਲਝਾ ਕੇ ਮੁੜ ਕੇ ਦੁਬਾਰਾ ਵੋਟਾਂ ਲੈਣ ਵਾਲੀਆਂ ਗੱਲਾਂ ਨੇ, ਹੋਰ ਇਹਨਾਂ 'ਚ ਕੁਛ ਨਹੀਂ ਹੈਗਾ। ਤੁਸੀਂ ਚਾਹੁੰਦੇ ਹੋ ਕਿ ਚੰਡੀਗੜ੍ਹ ਮਿਲਣਾ ਚਾਹੀਦਾ ਪੰਜਾਬ ਨੂੰ? ਮੈਂ ਚਾਹੁੰਦਾ ਕਿ ਚੰਡੀਗੜ੍ਹ ਮਿਲਣਾ ਚਾਹੀਦਾ, ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਪੰਜਾਬ ਇੰਨਾ ਕੇਪੇਬਲ ਹੈ, ਐਡੀ ਕੈਪੈਸਿਟੀ ਰੱਖਦੇ ਵੀ ਚੰਡੀਗੜ੍ਹ ਨੂੰ ਸੰਭਾਲ ਲੇ? ਚੰਡੀਗੜ੍ਹ ਹੈ ਜਿਹੜਾ, ਉਹ ਮੈਂ ਚਾਹੁੰਦਾ, ਮੈਂ ਤਾਂ ਕਹਿੰਦਾ ਪੰਜਾਬ ਚੰਡੀਗੜ੍ਹ ਕਿਉਂ, ਮੈਂ ਤਾਂ ਕਹਿੰਦਾ ਜਿਹੜਾ ਮਹਾ ਪੰਜਾਬ ਸੀਗਾ 1965-66 ਤੋਂ ਪਹਿਲਾਂ ਦਾ, ਜਿਹਦੇ 'ਚ ਹਿਮਾਚਲ ਵੀ ਸੀਗਾ, ਜਿਹਦੇ 'ਚ ਹਰਿਆਣਾ ਵੀ ਸੀਗਾ, ਪਰ ਮੇਰੇ ਚਾਹੇ ਨਾਲ ਕੁਝ ਹੋ ਜਾਊਗਾ? ਮੈਂ ਤਾਂ ਕਹਿੰਦਾ ਉਹ ਮਹਾ ਪੰਜਾਬ ਹੋਣਾ ਚਾਹੀਦਾ। ਪਰ ਸਵਾਲ ਇਹ ਹੈ ਕਿ ਚੰਡੀਗੜ੍ਹ ਚਿੱਟਾ ਹਾਥੀ ਹੈ, ਚੰਡੀਗੜ੍ਹ ਦੇ ਵਿੱਚ ਰੈਵਨਿਊ ਜਨਰੇਸ਼ਨ ਹੈ ਨਹੀਂ ਗੀ, ਚੰਡੀਗੜ੍ਹ ਦੇ ਵਿੱਚ ਖਰਚਾ ਹੀ ਖਰਚਾ ਹੈ, ਉਹਨੂੰ ਸੈਂਟਰ ਸਰਕਾਰ ਤਾਂ ਪਾਲੀ ਜਾਂਦੀ ਹੈ, ਸੰਭਾਲੀ ਜਾਂਦੀ ਹੈ। ਪੰਜਾਬ ਜਿਹੜਾ ਆਪ 3 ਲੱਖ ਕਰੋੜ ਦਾ ਕਰਜ਼ਈ ਹੋਇਆ ਪਿਆ ਹੈ, ਪੰਜਾਬ ਜਿਹਦੇ ਕੋਲ ਆਪਦੇ ਕੋਲ ਕੋਈ ਗੱਲ ਹੁੰਦੀ ਹੈ ਠੂਠਾ ਲੈ ਕੇ ਕੇਂਦਰ ਸਰਕਾਰ ਕੋਲ ਪਹੁੰਚ ਜਾਂਦੇ ਨੇ, ਮੁਲਾਜ਼ਮ ਇੱਥੇ ਸੜਕਾਂ ਦੇ ਉੱਪਰ ਨੇ, ਨੌਕਰੀਆਂ ਇੱਥੇ ਨਹੀਂ ਮਿਲ ਰਹੀਆਂ ਹੈਗੀਆਂ, 3 ਲੱਖ ਕਰੋੜ ਦਾ ਕਰਜ਼ਈ ਪੰਜਾਬ ਹੋ ਗਿਆ। ਜਿੰਨਾ ਇਹਨਾਂ ਦਾ ਰੈਵਨਿਊ ਜਨਰੇਸ਼ਨ ਹੈਗੀ ਪੰਜਾਬ ਦੀ, ਉਹਦੇ ਨਾਲ ਵੱਧ ਫਿਕਸਡ ਖਰਚੇ ਨੇ। ਫਿਕਸਡ ਖਰਚੇ 'ਚ 3 ਚੀਜ਼ਾਂ ਆਉਂਦੀਆਂ ਨੇ, ਇੰਟਰਸਟ, ਪੈਨਸ਼ਨਾਂ ਤੇ ਤਨਖਾਹਾਂ। ਉਹ ਤਿੰਨੇ ਮਿਲਾ ਕੇ ਇਹਨਾਂ ਦੇ ਰੈਵਨਿਊ ਨਾਲੋਂ ਵੱਧ ਨੇ। ਪੰਜਾਬ ਦੀ ਹਾਲਾਤ, ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਕਰਪਟ ਤੇ ਮਾੜੇ ਸਿਸਟਮਾਂ ਨੇ ਪੰਜਾਬ ਦੀ ਹਾਲਤ ਫਾਈਨੈਂਸ਼ੀਅਲ ਤੌਰ ਦੇ ਉੱਪਰ, ਉਸ ਪੰਜਾਬ ਦੀ ਜਿਹੜਾ 85-86 ਦੇ ਵਿੱਚ ਰੈਵਨਿਊ ਸਰਪਲਸ ਸਟੇਟ ਸੀਗਾ, ਅੱਜ ਸਭ ਤੋਂ ਵੱਧ ਜੇ ਕੋਈ ਕਰਜ਼ਈ ਹੈ ਤਾਂ ਪੰਜਾਬ ਹੈ। ਇਹਨਾਂ ਨੂੰ ਇਹ ਜਿਹੜੇ ਬਿਆਨ ਦਿੰਦੇ ਨੇ, ਚਾਹੇ ਅਕਾਲੀ ਨੇ ਚਾਹੇ ਕਾਂਗਰਸੀ ਨੇ, ਲੋਕਾਂ ਦੇ ਭਾਵਨਾਵਾਂ ਨਾਲ ਖੇਲਣ ਦੇ ਲਈ, ਇਹਨਾਂ ਨੂੰ ਐਂ ਤਾਂ ਪੁੱਛ ਲਓ ਵੀ ਸੰਭਾਲੋਗੇ ਕਿਵੇਂ, ਉਹਨੂੰ ਪਾਲੋਗੇ ਕਿਵੇਂ ਚੰਡੀਗੜ੍ਹ ਨੂੰ? ਤੁਹਾਨੂੰ ਇਹ ਲੱਗਦਾ, ਜਾਣੀ ਕਿ ਅਮਨ ਅਰੋੜਾ ਨੂੰ ਇਹ ਲੱਗ ਰਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਤਾਂ ਚਾਹੀਦਾ ਹੈ, ਪਰ ਚੰਡੀਗੜ੍ਹ ਨੂੰ ਪਾਲਣ ਪੋਸ਼ਣ ਦੇ ਲਈ ਪੰਜਾਬ ਯੋਗ ਨਹੀਂ ਰਿਹਾ ਹੁਣ? ਮੈਂ ਕਹਿੰਦਾ ਜੀ, ਅਯੋਗ ਕੀਤਾ ਕਿਹਨੇ ਹੈ? ਕੀਤਾ ਤਾਂ ਇਹਨਾਂ ਨੇ ਹੈ। ਮੈਂ ਤੁਹਾਨੂੰ ਦੱਸ ਰਿਹਾ, 85-86 ਦੇ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ, ਪੰਜਾਬ ਸਿਰ 1 ਰੁਪਏ ਦਾ ਕਰਜ਼ਾ ਨਹੀਂ ਸੀਗਾ। ਅੱਜ ਪੰਜਾਬ ਸਭ ਤੋਂ ਵੱਧ ਕਰਜ਼ਈ ਸਟੇਟ ਹੈ।
ਤੁਸੀਂ ਆਖਰ ਨੂੰ ਕੋਈ ਨਵੀਂ ਚੀਜ਼ ਟੇਕ ਓਵਰ ਕਰ ਰਹੇ ਹੋ ਜਾਂ ਲੈਣੀ ਚਾਹੁੰਦੇ ਹੋ, ਉਹਨੂੰ ਸੰਭਾਲੋਗੇ ਕਿਵੇਂ, ਮੇਨਟੇਨ ਕਿਵੇਂ ਕਰੋਗੇ, ਇਹ ਤਾਂ ਸਮਝਾ ਦਿਓ। ਇਹਨਾਂ ਕੋਲ ਪੰਜਾਬ ਦੀਆਂ ਸੜਕਾਂ ਗਲੀਆਂ ਨਾਲੀਆਂ ਦੀ ਸਫਾਈ ਵਾਸਤੇ ਤਾਂ ਮਜ਼ਦੂਰ ਇਹਨਾਂ ਤੋਂ ਪੈਸੇ ਲੈਣ ਲਈ ਧਰਨੇ ਲਈ ਜਾਂਦੇ ਨੇ, ਚੰਡੀਗੜ੍ਹ ਕਿੱਥੋਂ ਸੰਭਾਲ ਲੈਣਗੇ ਇਹ? ਮੇਰੇ ਕਹਿਣ ਦਾ ਮਤਲਬ ਇਹ ਆ ਕਿ ਐਵੇਂ ਇਹ ਵੀ ਹੋ ਸਕਦਾ ਅਰੋੜਾ ਸਾਹਿਬ ਕਿ ਸਰਕਾਰ ਤੁਹਾਡੀ ਵੀ ਤਾਂ ਬਣ ਸਕਦੀ ਹੈ ਨਾ 22 ਚ, ਫਿਰ ਤੁਸੀਂ ਵੀ ਸੰਭਾਲ ਸਕਦੇ ਹੋ। ਅਸੀਂ ਪਹਿਲਾਂ ਸਰਕਾਰ ਬਣਾ ਲਈਏ, ਉਹ ਤੋਂ ਮਗਰੋਂ ਪੰਜਾਬ ਨੂੰ ਦਾ ਕਰਜ਼ਾ ਜਿਹੜਾ ਉਹ ਉਤਾਰ ਲਈਏ, ਪੰਜਾਬ ਨੂੰ ਆਪਦੇ ਪੈਰਾਂ ਸਿਰ ਖੜਾ ਕਰ ਲਈਏ, ਤੇ ਜਦੋਂ ਖੜਾ ਕਰ ਲਿਆ ਉਦੋਂ ਗੱਲਾਂ ਕਰਾਂਗੇ। ਅੱਜ ਗੱਲਾਂ ਕਰਨ ਦਾ ਕੀ ਫਾਇਦਾ ਜੀ? ਮੈਂ ਮੀਡੀਆ ਰਿਪੋਰਟਾਂ ਦੇ ਹਿਸਾਬ ਨਾਲ ਦੱਸ ਰਿਹਾ, ਖਬਰਾਂ ਜਿਸ ਤਰੀਕੇ ਨਾਲ ਹੋ ਸਕਦਾ ਕਿ ਅੱਜ ਇੰਗਲਿਸ਼ ਦੇ ਪੇਪਰ ਨੇ ਇੱਕ ਖਬਰ ਛਾਪੀ ਸੀਗੀ PSPCL ਦੇ ਸਬਸਿਡੀ ਬਿੱਲਾਂ ਨੂੰ ਲੈ ਕੇ। ਉਹਨਾਂ ਨੇ ਦੱਸਿਆ ਕਿ ਜਦੋਂ ਅਕਾਲੀ ਗਵਰਨਮੈਂਟ ਗਈ ਸੀ ਤਾਂ 2200 ਕਰੋੜ ਰੁਪਏ ਦਾ ਜੋ ਸਬਸਿਡੀ ਬਿੱਲਾਂ ਦਾ ਬਕਾਇਆ ਸੀ ਉਹ ਸੀ। ਹੁਣ ਆਲਮ ਇਹ ਹੈ ਕਿ 10,000 ਕਰੋੜ ਤੱਕ ਪਹੁੰਚ ਗਿਆ ਜਿਹੜੇ ਸਰਕਾਰ ਨੇ PSPCL ਨੂੰ ਦੇਣੇ ਨੇ। ਕੀ ਲੱਗਦਾ ਕਿ ਜੇ ਅਗਲੀ ਸਰਕਾਰ ਆਊਗੀ, ਹੁਣ ਕਾਂਗਰਸ ਸਰਕਾਰ ਨੇ ਜੋ ਕੁਝ ਕੀਤਾ, ਜੋ ਬਿਜਲੀ ਬਿੱਲ ਮਾਫ ਕੀਤੇ, ਉਹ ਤਾਂ ਤੁਸੀਂ ਵੀ, ਤੁਹਾਡੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ 400-300 ਯੂਨਿਟ ਮੁਫਤ ਦੇਵਾਂਗੇ। PSPCL ਦੀ ਫਿਰ ਕੀ ਗਲਤੀ ਹੈ? ਔਰ ਜੋ ਅਗਲੀ ਸਰਕਾਰ ਆਊਗੀ ਉਹਦੇ ਲਈ ਤਾਂ ਫਿਰ ਬਹੁਤ ਵੱਡੀ ਚੁਣੌਤੀ ਹੋ ਜਾਣੀ ਹੈ ਇਹ ਸਭ ਚੀਜ਼ਾਂ। ਇਹ ਚੁਣੌਤੀ ਬਹੁਤ ਵੱਡੀ ਹੈ ਜੀ, ਪਰ ਇਹ ਚੁਣੌਤੀ ਹੈ ਜਿਹੜੀ ਉਹ ਸਰ ਕੀਤੀ ਜਾ ਸਕਦੀ ਹੈ, ਜਿੱਤੀ ਜਾ ਸਕਦੀ ਹੈ, ਉਹ ਹੱਲ ਕੀਤੀ ਜਾ ਸਕਦੀ ਹੈ। ਇਹਦੇ ਬਾਰੇ ਮੈਨੂੰ 4 ਸਾਲ ਹੋ ਗਏ ਵਿਧਾਨ ਸਭਾ ਦੇ ਵਿੱਚ ਮੈਂ ਵਾਈਟ ਪੇਪਰ ਵੀ ਜਾਰੀ ਕੀਤਾ। PSPCL 2010-11 ਦੇ ਵਿੱਚ 20,500 ਕਰੋੜ ਦਾ ਕਰਜ਼ਾ ਹੀ ਸੀਗਾ। ਅੱਜ ਉਹਦਾ ਕਰਜ਼ਾ ਜਿਹੜਾ ਵੱਧ ਕੇ 36,000 ਕਰੋੜ ਹੈ ਜਿਹੜਾ ਉਹ ਹੋ ਚੁੱਕਿਆ। ਸਰਕਾਰਾਂ ਐਲਾਨ ਤਾਂ ਦਿੰਦੀਆਂ ਨੇ, ਹੁਣ ਚੰਨੀ ਸਾਹਿਬ ਨੇ ਐਲਾਨ ਤਾਂ ਮੈਂ ਬਿਜਲੀ ਦੇ ਬਿੱਲ ਮਾਫ ਕਰਤੇ, ਬਕਾਏ ਭਰਨ ਦੀ ਲੋੜ ਨਹੀਂ, ਸਾਰੀਆਂ ਗੱਲਾਂ ਨੇ ਐਲਾਨ ਤਾਂ ਦਿੱਤੀਆਂ। 3 ਰੁਪਏ ਕਹਿੰਦੇ ਅਸੀਂ ਬਿਜਲੀ ਦਾ ਯੂਨਿਟ ਵੀ ਸਸਤਾ ਕਰਤਾ, ਪਰ ਸਵਾਲ ਇਹ ਹੈ ਕਿ ਉਹਦੀ ਭਰਪਾਈ ਹੈ ਜਿਹੜੀ ਉਹ ਕੌਣ ਕਰੂਗਾ? ਉਹ PSPCL ਨੂੰ ਜਾਂ ਤਾਂ ਸਰਕਾਰ ਦੇਵੇ ਜਾਂ ਉਹ ਲੋਕਾਂ ਤੋਂ ਲਵੇ। ਹੁਣ PSPCL ਦੇ ਹਾਲਾਤ ਇੰਨੇ ਕੁ ਗੰਭੀਰ ਹੋਏ ਪਏ ਨੇ ਕਿ ਸਰਕਾਰ ਜਿਹੜਾ ਆਪਦਾ, ਇਹਨਾਂ ਨੇ ਕਿਸਾਨਾਂ ਨੂੰ ਜਿਹੜੇ BPL ਕਾਰਡ ਹੋਲਡਰਸ ਨੇ ਉਹਨਾਂ ਨੂੰ, ਗਰੀਬਾਂ ਨੂੰ ਤੇ ਇੰਡਸਟਰੀ ਨੂੰ ਜਿਹੜੀ ਸਬਸਿਡੀ ਦਿੰਦੇ ਨੇ, ਉਹਦਾ ਵੀ ਹਰ ਸਾਲ ਜਿਹੜਾ ਬੈਲੈਂਸ ਕੈਰੀ ਫਾਰਵਰਡ ਕਰਦੇ ਨੇ 1 ਅਪ੍ਰੈਲ ਨੂੰ 5-6 ਹਜ਼ਾਰ ਕਰੋੜ ਰੁਪਇਆ ਜਿਹੜਾ ਉਹ ਬਕਾਇਆ ਹੋ ਜਾਂਦਾ ਹਰ ਸਾਲ। ਹੁਣ ਵੀ ਤਕਰੀਬਨ 10-10.5 ਕਰੋੜ ਰੁਪਏ ਬਕਾਇਆ ਪਿਆ ਹੈ। PSPCL ਦੀ ਹਾਲਤ ਸੁਧਰ ਸਕਦੀ ਹੈ, ਉਹ ਜਾਣ ਕੇ ਨਹੀਂ ਸੁਧਾਰਦੇ ਹੈਗੇ। ਮੈਂ ਆਪਦੇ ਜਿਹੜਾ ਵਾਈਟ ਪੇਪਰ ਮੈਂ ਉਸੇ ਤੇ ਆ ਰਿਹਾ। PSPCL ਘਾਟੇ ਦੇ ਵਿੱਚੋਂ ਕੱਢਿਆ ਜਾ ਸਕਦਾ ਤੇ ਪ੍ਰੋਫਿਟ ਦੇ ਵਿੱਚ ਲਿਆਂਦਾ ਜਾ ਸਕਦਾ। ਉਹਦਾ ਤਰੀਕਾ ਕੀ ਹੈ? ਨੰਬਰ 1, ਜਿਹੜੇ 3 ਗਲਤ PPAs ਹੋਏ ਨੇ ਉਹ ਰੀਨੈਗੋਸ਼ੀਏਟ ਹੋਣ। ਪਛਵਾੜਾ ਕੋਲ ਮਾਈਨ ਹੈ ਜਿਹੜੀ, ਉਹ ਮੈਨੂੰ 5 ਸਾਲ ਹੋ ਗਏ ਰੌਲਾ ਪਾਉਂਦੇ ਨੂੰ ਵਿਧਾਨ ਸਭਾ ਦੇ ਵਿੱਚ, ਉਹ ਚਾਲੂ ਕਰੋ। ਉਹ ਹਜੇ ਤੱਕ ਕੀਤੀ ਨਹੀਂ ਕਿ 700 ਕਰੋੜ ਰੁਪਏ ਦਾ ਹਰ ਸਾਲ ਘਾਟਾ ਹੈ ਜਿਹੜਾ ਮਹਿੰਗਾ ਕੋਲ ਬਾਹਰੋਂ ਲੈਣਾ ਪੈਂਦਾ, ਉਹ ਭਰਨਾ ਪੈ ਰਿਹਾ। ਟਰਾਂਸਪੋਰਟੇਸ਼ਨ ਤੇ ਜਿਹੜੇ ਕੋਲ ਵਾਸ਼ਿੰਗ ਦੇ ਚਾਰजेस ਨੇ 2800 ਕਰੋੜ ਪੰਜਾਬ ਸਿਰ ਪੈ ਚੁੱਕਿਆ, 2000 ਕਰੋੜ ਹੋਰ ਪੈਣ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਜਿਹੜੇ T&D ਲਾਸਿਸ, ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਲਾਸਿਸ ਨੇ, ਜਿਹੜੇ ਲਾਈਨ ਲਾਸਿਸ ਕਹਿੰਦੇ ਜਿਨ੍ਹਾਂ ਨੂੰ, ਉਹ ਜੇ ਇੰਟਰਨੈਸ਼ਨਲੀ ਦੇਖਿਆ ਜਾਵੇ ਕੋਰੀਆ, ਜਪਾਨ 'ਚ 5-5.5% ਨੇ। ਇੰਡੀਆ ਦੀਆਂ ਸਟੇਟਾਂ ਦੇ ਵਿੱਚ ਆਪਟੀਮਲੀ ਜਿਹੜਾ ਮੰਨਿਆ ਜਾਂਦਾ ਉਹ 10% ਮੰਨਿਆ ਜਾਂਦਾ ਹੈ, ਜਿਹਦੇ 'ਚ ਤਾਮਿਲਨਾਡੂ, ਹਿਮਾਚਲ, ਦਿੱਲੀ, ਇੱਥੇ 10% ਨੇ। ਪੰਜਾਬ ਦੇ ਵਿੱਚੋਂ 18% ਨੇ। 1% ਦਾ T&D ਲਾਸ ਮੀਨਸ, ਲਾਈਨ ਲਾਸ ਮੀਨਸ 300 ਕਰੋੜ। 8% ਫਾਲਤੂ ਜਾ ਰਿਹਾ, ਯਾਨੀ ਕਿ 2400 ਕਰੋੜ ਰੁਪਏ ਜਿਹੜਾ ਉਹ ਲਾਈਨ ਲਾਸਿਸ ਦੇ ਵਿੱਚ, ਟਰਾਂਸਮਿਸ਼ਨ ਲਾਸਿਸ ਦੇ ਵਿੱਚ ਉਹ ਬੇਕਾਰ ਜਿਹੜਾ ਜਾ ਰਿਹਾ। ਪੰਜਾਬ ਦਾ ਹਰ ਸਾਲ PSPCL ਦਾ 6 ਤੋਂ 7000 ਕਰੋੜ ਰੁਪਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਉਹ ਬਚਾਇਆ ਜਾ ਸਕਦਾ ਹੈ, ਪਰ ਬਚਾਉਂਦੇ ਨਹੀਂ ਹੈਗੇ ਕਿਉਂਕਿ ਨਲਾਇਕੀ ਹੈ। ਹੁਣ ਉਹੀ ਮੈਂ ਉਹੀ ਗੱਲ ਕਹਿ ਰਿਹਾ ਵੀ ਜਦੋਂ ਜੇ ਇਹ ਤੁਸੀਂ ਪੈਸਾ ਬਚਾਓਗੇ, ਦੇਖੋ ਪੈਸੇ ਦਾ ਕੰਮ ਤਾਂ ਪੈਸੇ ਨਾਲ ਚੱਲਣਾ ਹੈ। ਹੁਣ ਉਹ ਪੈਸਾ ਚਾਹੇ ਤੁਸੀਂ ਖੇ ਖਰਾਬ ਕਰ ਲਓ, ਚਾਹੇ ਤੁਸੀਂ ਲੋਕਾਂ ਤੋਂ ਲੈ ਕੇ ਆਪਦੀਆਂ ਜੇਬਾਂ ਦੇ ਵਿੱਚ ਇੱਕ ਮਾਫੀਏ ਦੇ ਜ਼ਰੀਏ ਆਪਦੀਆਂ ਜੇਬਾਂ 'ਚ ਪਾ ਲਓ, ਤੇ ਚਾਹੇ ਉਹ ਸਾਰਾ ਪੈਸਾ ਲੋਕਾਂ ਦੇ ਸਰਕਾਰ ਦੇ ਖਜ਼ਾਨੇ 'ਚ ਲਿਆਓ ਤੇ ਉੱਥੋਂ ਚਾਹੇ ਲੋਕਾਂ ਨੂੰ ਸਬਸਿਡੀਜ਼ ਦੇ ਦਿਓ, ਚਾਹੇ ਲੋਕਾਂ ਨੂੰ ਉੱਥੋਂ ਸਸਤੀ ਬਿਜਲੀ ਦੇ ਦਿਓ, ਚਾਹੇ ਲੋਕਾਂ ਨੂੰ ਹੋਰ ਸਹੂਲਤਾਂ ਦੇ ਦਿਓ। ਉਸ ਪਾਸੇ ਇਹ ਚੱਲਦੇ ਨਹੀਂ ਹੈਗੇ। ਤੇ ਹੁਣ 5 ਸਾਲ ਜਦੋਂ ਸੰਘ ਪਾੜ ਕੇ ਅਸੀਂ ਥੱਕ ਗਏ, ਆ ਹੁਣ 10 ਦਿਨ ਪਹਿਲਾਂ ਜਿਹੜਾ ਸੈਸ਼ਨ ਹੋਇਆ ਸੀਗਾ ਇੱਕ ਦਿਨ, ਉਹਦੇ 'ਚ ਬੜਾ ਦਰਦ ਜ਼ਾਹਰ ਕੀਤਾ ਸੀਗਾ ਸਰਕਾਰ ਨੇ ਕਿ ਜੀ ਇੰਨੇ 1000 ਕਰੋੜ ਦਾ ਨੁਕਸਾਨ ਹੋ ਰਿਹਾ। ਭਾਈ ਸਾਨੂੰ ਤਾਂ 5 ਸਾਲ ਹੋ ਗਏ ਰੌਲਾ ਪਾਉਂਦੇ ਨੂੰ। ਇਹ ਸਾਰਾ ਕੁਝ ਕਹਿੰਦੇ ਸਾਡਾ ਮੁੱਖ ਮੰਤਰੀ ਨਹੀਂ ਕੰਮ ਕਰਦਾ ਸੀ, ਮੁੱਖ ਮੰਤਰੀ ਇਸੇ ਕਰ ਕੰਮ ਨਹੀਂ ਕਰਦਾ ਸੀ, ਇਸ ਕਰਕੇ ਹੁਣ ਸਾਨੂੰ ਅਖੀਰਲੇ ਦਿਨਾਂ 'ਚ ਬਦਲਣਾ ਪਿਆ। ਤੇ ਹੁਣ ਵਾਲਿਆਂ ਤੋਂ ਕੀ ਹੋ ਗਿਆ ਜੀ? ਹੁਣ ਵਾਲਿਆਂ ਨੇ ਐਲਾਨ ਕਰਤਾ ਵੀ 3 ਰੁਪਏ ਬਿਜਲੀ ਸਸਤੀ ਕਰਤੀ। ਹੁਣ ਵਾਲਿਆਂ ਨੇ ਐਲਾਨ ਕਰਤਾ ਕਿ ਮੇਰੇ ਕੋਲ ਹੁਣੇ ਤੁਹਾਨੂੰ ਬਾਹਰ ਨਿਕਲੋਗੇ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਜੇ ਕਹਿੰਦੇ ਤਾਂ ਮੈਂ ਮੰਗਾਈ ਦੇਣਾ ਤੁਹਾਨੂੰ 58000 ਰੁਪਏ ਦਾ ਬਕਾਇਆ ਦਾ ਬਿੱਲ ਹੈ ਜਿਹੜਾ, ਉਹ ਮੈਨੂੰ ਹੁਣ ਇੱਕ ਬਜ਼ੁਰਗ ਮਾਤਾ ਜਿਹੜੀ ਉਹ ਦੇ ਕੇ ਗਈ ਹੈ। ਹੁਣ ਕਹਿੰਦੇ 3 ਰੁਪਏ ਅਸੀਂ ਸਸਤਾ ਕਰਤਾ, ਪਰ ਉਹ ਬੋਝ ਕਿਤੇ ਪੈ ਗਿਆ? ਉਹ ਪੰਜਾਬ ਦੀ ਜਨਤਾ ਦੇ ਉੱਪਰ ਪੈ ਗਿਆ। ਜੇ ਇਹ
5 ਤੋਂ 7,000 ਕਰੋੜ ਰੁਪਏ ਬਚਾਇਆ ਹੁੰਦਾ ਤੇ ਫਿਰ ਤਾਂ ਮੈਂ ਸਮਝਦਾ ਕਿ ਲੋਕਾਂ ਦੇ ਉੱਪਰ ਬੋਝ, ਲੋਕਾਂ ਦੀ ਜੁੱਤੀਆਂ ਲੋਕਾਂ ਦੇ ਸਿਰ ਨੇ। ਪਰ ਤੁਸੀਂ ਅਰੋੜਾ ਸਾਹਿਬ, ਸਵਾਲ ਇਹ ਹੈ ਨਾ, ਕਾਂਗਰਸ ਤਾਂ 3 ਰੁਪਏ ਦੇ ਰਹੀ ਹੈ, ਤੁਸੀਂ ਤਾਂ ਮੁਫਤ ਦੇ ਰਹੇ ਹੋ, ਫਿਰ ਤੁਸੀਂ ਤਾਂ 300 ਯੂਨਿਟ ਤੱਕ ਮੁਫਤ ਦੇ ਰਹੇ ਹੋ, ਫਿਰ ਵੀ ਘਾਟਾ ਹੀ ਹੈ। ਤੁਸੀਂ ਮੇਰਾ ਪੁਆਇੰਟ ਨਹੀਂ ਸਮਝੇ ਹੈਗੇ। ਮੈਂ ਕਹਿੰਦਾ ਜਿਹੜਾ 6 ਤੋਂ 7,000 ਕਰੋੜ ਰੁਪਇਆ ਇਹ ਖੇ ਖਰਾਬ ਕਰ ਰਹੇ ਨੇ, ਮਿਸਮੈਨੇਜ ਕਰ ਰਹੇ ਨੇ ਜਾਂ ਇਹਨਾਂ ਦੇ ਘਰਾਂ 'ਚ ਜਾ ਰਿਹਾ ਹੈ, ਅਸੀਂ ਪਹਿਲਾਂ ਉਹ ਲੂਪਹੋਲ ਸਾਰੇ ਘਰ ਨੇ ਜਿਹੜੇ ਉਹ ਬੰਦ ਕਰਾਂਗੇ। ਜਦੋਂ 6 ਤੋਂ 7,000 ਕਰੋੜ ਰੁਪਏ ਬਚ ਗਿਆ ਤੇ ਫਿਰ ਲੋਕਾਂ ਨੂੰ ਫ੍ਰੀ ਦੇਣ ਦੇ ਵਿੱਚ ਕੀ ਇਤਰਾਜ਼ ਹੈ ਜੀ? ਪਰ ਜ਼ਿਆਦਾਤਰ ਤਾਂ ਸਰਕਾਰੀ ਅਦਾਰਿਆਂ ਦੇ ਵੱਲ ਬਿੱਲ ਪੈਂਡਿੰਗ ਖੜੇ ਨੇ, ਸਾਰੇ ਜਿਹੜਾ ਮਰਜ਼ੀ ਚੱਕ ਲਓ। ਉਹੀ ਤਾਂ ਮੈਂ ਕਹਿੰਦਾ, ਸਰਕਾਰੀ ਅਦਾਰਿਆਂ ਵੱਲ ਬਾਕੀ ਖੜੇ ਨੇ, ਲੀਡਰਾਂ ਵੱਲ ਬਾਕੀ ਖੜੇ ਨੇ। ਜਦੋਂ ਇਹ ਸਾਰੀਆਂ ਚੀਜ਼ਾਂ ਬਕਾਇਆ ਨੇ ਤੇ ਉਹਨਾਂ ਕੋਲੋਂ ਐਸਪੀਸੀਐਲ ਰਿਕਵਰ ਕਿਉਂ ਨਹੀਂ ਕਰਦਾ ਹੈਗਾ? ਕੀਤਾ ਜਾਣਾ ਚਾਹੀਦਾ। ਇਹ ਬਿੱਲ ਮੰਗਾਇਆ, ਚੱਲਦੀ ਇੰਟਰਵਿਊ ਦੇ ਵਿੱਚ ਅਰੋੜਾ ਸਾਹਿਬ ਨੇ ਇਹਨਾਂ ਦਾ ਕਿਹਾ ਕਿ ਇੱਕ ਮਾਤਾ ਜੀ ਇਹਨਾਂ ਦੇ ਕੋਲ ਆਏ ਨੇ, 58,000 ਰੁਪਏ ਉਹਨਾਂ ਦਾ। ਇਹ ਅਰੋੜਾ ਸਾਹਿਬ ਦੱਸ ਦਿਓ ਕਿ ਕੀ ਹਿਸਾਬ। ਹੁਣੇ ਅੱਜ ਮੈਂ 2 ਘੰਟੇ ਪਹਿਲਾਂ ਇੱਕ ਮੇਰੇ ਸਾਡੇ 20 ਨੰਬਰ ਵਾਰਡ ਚ ਮਾਤਾ ਜੀ ਨੇ ਉਹ ਦੇ ਕੇ ਗਏ ਨੇ 1.60 2 ਕਿਲੋਵਾਟ ਤੱਕ ਮਾਫ ਕੀਤਾ ਸੀਗਾ। ਸੈਂਕਸ਼ਨ ਲੋਡ 1.60 ਕਿਲੋਵਾਟ ਹੈ, ਯਾਨੀ 2 ਕਿਲੋਵਾਟ ਤੋਂ ਥੱਲੇ ਹੈ। ਆਹੋ ਮੈਨੂੰ ਬਿੱਲ ਦੇ ਕੇ ਗਏ ਨੇ ਆਪਦਾ। ਆ ਪਿਛਲੇ ਮਹੀਨੇ ਵਾਲਾ ਜਿਹੜਾ ਪਿਛਲੀ ਵਾਰ ਇਹਨਾਂ ਨੂੰ ਆਇਆ ਸੀਗਾ, ਇਹਦਾ ਥੋੜਾ ਜਿਹਾ ਐਡਰੈਸ ਬੋਲ ਦਿਓ ਤਾਂ ਜੋ ਪਤਾ ਲੱਗ ਜਾਏ। ਮੈਂ ਤੁਹਾਨੂੰ ਦੱਸ ਰਿਹਾ ਜੀ, ਇਹ ਸੁਨਾਮ 20 ਨੰਬਰ ਵਾਰਡ ਦੇ ਵਿੱਚ ਰਹਿੰਦੇ ਨੇ। ਮੈਂ ਨਾ ਇਹ 24/11 ਦਾ ਬਿੱਲ ਹੈ। ਆ ਇੱਕ ਮੈਂ ਤੁਹਾਨੂੰ ਦਿਖਾਣਾ। ਆਹ ਪਿਛਲਾ ਸੀਗਾ ਜਿਹੜਾ ਬਿੱਲ ਉਹ 52,295 ਰੁਪਏ ਸੀਗਾ ਪਿਛਲੀ ਵਾਰ ਵਾਲਾ, ਪਿਛਲੇ ਸਾਈਕਲ ਦਾ। ਤੇ ਹੁਣ ਜਿਹੜਾ ਅੱਜ ਉਹ ਦੇ ਕੇ ਗਏ ਨੇ, ਕਹਿੰਦੀ ਜਿਹੜਾ ਸਾਨੂੰ ਕੱਲ ਆਇਆ ਉਹ ਇਹਦੇ ਉੱਪਰ 53,846 ਰੁਪਏ ਦਾ ਆ ਗਿਆ। ਮੈਂ ਇਹਨਾਂ ਦੇ ਘਰੇ ਹੋ ਕੇ ਆਇਆ ਸੀਗਾ 10 ਦਿਨ ਪਹਿਲਾਂ। ਸਿਰਫ 2 ਕਮਰੇ ਨੇ ਜਿਹਦੇ ਵਿੱਚੋਂ ਇੱਕ ਦੀ ਛੱਤ ਨਹੀਂ ਹੈਗੀ ਤੇ ਸਿਰਫ 2 ਬੱਲਬ ਨੇ ਸਿਰਫ। ਤੇ ਚੰਨੀ ਸਾਹਿਬ ਕਹਿੰਦੇ ਨੇ ਕਿ ਮੈਂ ਪਿਛਲੇ ਸਾਰੇ ਬਕਾਇਆ ਮਾਫ ਕਰਤੇ। ਕਿੱਥੋਂ ਮਾਫ ਕਰਤੇ ਜੀ? ਇਹਨਾਂ ਦੇ ਇਕੱਲੇ ਗੱਲਾਂ ਹੀ ਗੱਲਾਂ ਨੇ, ਐਲਾਨ ਹੀ ਐਲਾਨ ਨੇ ਜੀ। ਗਰਾਊਂਡ ਰਿਐਲਿਟੀ ਕੁਝ ਹੋਰ ਹੈ। ਤੁਸੀਂ ਐਮਐਲਏ ਹੋ, ਤੁਹਾਡੇ ਕੋਲ ਮਾਤਾ ਜੀ ਆਏ ਨੇ ਤੇ ਜੇ ਕ੍ਰਾਈਟੇਰੀਆ ਦੇ ਵਿੱਚ ਆਉਂਦੇ ਨੇ ਤੁਸੀਂ ਇਹਨਾਂ ਦਾ ਫਿਰ ਮਾਫ ਕਰਵਾ ਦਿਓ ਫਿਰ ਕਹਿ ਕੇ। ਉਹ ਤਾਂ ਮੈਂ ਤਾਂ ਕਹਿ ਹੀ ਦਿੱਤਾ ਜੀ ਐਕਸ਼ਨ ਨੂੰ। ਹੁਣ ਸਵਾਲ ਇਹ ਹੈ, ਅਸੀਂ ਤਾਂ ਕਹਿ ਹੀ ਦਿੰਦੇ ਆ, ਪਰ ਸਵਾਲ ਇਹ ਹੈ ਭਾਈ ਸਾਹਿਬ ਵੀ ਸਰਕਾਰ ਇਹੋ ਜਿਹੇ ਕੰਮ ਕਿਉਂ ਕਰਦੀ ਹੈ? ਕਰਨਾ ਕਰਾਉਣਾ ਹੈ ਨਹੀਂ, ਐਲਾਨ ਕਰਤਾ, ਲੋਕ ਖੱਜਲ ਖੁਆਰ ਹੋਈ ਜਾਂਦੇ ਨੇ। ਠੀਕ ਹੈ ਨਾ? ਐਕਸ਼ਨ ਨੂੰ ਮੈਂ ਕਹਿਤਾ ਹੋ ਜਾਊਗਾ, ਹੁੰਦਾ ਕਿ ਨਹੀਂ ਹੁੰਦਾ ਇਹ ਵੀ ਹਜੇ ਗਿਆ ਤੇ ਪਤਾ ਲੱਗੂਗਾ। ਜਿਹੜੇ ਸਪੋਜ਼ ਮੇਰੇ ਕੋਲ ਨਹੀਂ ਆ ਸਕਦੇ ਹੈਗੇ ਉਹਨਾਂ ਦਾ ਕੀ ਕਸੂਰ ਹੈ? ਉਹ ਜਾਂ ਤਾਂ ਸਰਕਾਰ ਕੋਲੋਂ ਛਿੱਲ ਲਾਉਣ, ਜਾਂ ਉਹ ਬਿੱਲ ਲੈ ਕੇ ਬਿਜਲੀ ਦਫ਼ਤਰ ਜਾਣ, ਜਾਂ ਕਿਸੇ ਦਲਾਲ ਨੂੰ ਵਿੱਚ ਪਾਉਣ, ਉਹਦੀ ਜੇਬ ਗਰਮ ਕਰਨ ਤੇ ਫਿਰ ਉਹਨਾਂ ਨੂੰ ਮਾਫ ਹੋਊਗਾ। ਕੀ ਫਾਇਦਾ ਇਹਨਾਂ ਗੱਲਾਂ ਦਾ? ਕੀ ਫਾਇਦਾ? ਲੋਕ ਤਪੇ ਪਏ ਨੇ ਜੀ, ਲੋਕ ਦੁਖੀ ਹੋ ਪਏ ਨੇ। ਤੁਸੀਂ ਮੇਰੇ ਕੋਲ ਇੱਕ ਦਿਨ ਘੰਟਾ ਆ ਕੇ ਬੈਠ ਜਾਓ। ਤੁਹਾਡੀਆਂ ਭਾਈ ਸਾਹਿਬ ਆਪਾਂ ਚਲੋ ਪ੍ਰਮਾਤਮਾ ਦੀ ਕਿਰਪਾ, ਤੁਸੀਂ ਸ਼ਾਇਦ ਤੁਹਾਨੂੰ ਗਰਾਊਂਡ ਰਿਐਲਿਟੀ ਦਾ ਨਾ ਪਤਾ ਲੱਗਦਾ ਹੋਵੇ, ਪ੍ਰਮਾਤਮਾ ਨੇ ਤੁਹਾਡੇ ਪਰਿਵਾਰ ਤੇ ਬੜੀ ਮਿਹਰ ਕੀਤੀ ਹੋਈ ਹੈ, ਪਰ ਗਰੀਬ ਜਨਤਾ ਰੁਲੀ ਪਈ ਹੈ। ਕਈ ਵਾਰੀ ਤਾਂ ਮਨ ਰੋਂਦਾ ਵੀ ਯਾਰ ਇਹਨਾਂ ਵਿਚਾਰਿਆਂ ਦਾ ਵੀ, ਜਿਹੜੇ ਕਿ ਰੱਬੋਂ ਹੀ ਮਰੇ ਪਏ ਨੇ, ਮਰਿਆਂ ਦਾ ਮਾਸ ਖਾਣੋਂ ਵੀ ਸਰਕਾਰਾਂ ਹਟਦੀਆਂ ਨਹੀਂ ਹੈਗੀਆਂ। ਬਹੁਤ ਮਾੜੇ ਹਾਲ ਨੇ। ਤੇ ਲੱਗਦਾ ਫਿਰ ਇਹਨਾਂ ਸਭ ਕਾਰਨਾਂ ਦੇ ਕਾਰਨ ਬਦਲਾਅ ਲੋਕ ਲੈ ਕੇ ਆਉਣਗੇ ਹੁਣ ਪੰਜਾਬ ਦੇ ਵਿੱਚ? ਲੈ ਕੇ ਆਉਣਾ ਪਊਗਾ ਜੀ। ਮੈਂ ਤਾਂ ਤੁਹਾਡੇ ਮੂੰਹ ਤੇ ਸਪਸ਼ਟ ਕਹਿਣਾ, ਤੁਹਾਡੇ ਚੈਨਲ ਤੇ ਸਪਸ਼ਟ ਕਹਿਣਾ ਵੀ ਜਿਹਨੂੰ ਤਾਂ ਇਹ ਲੱਗਦਾ ਹੈ ਵੀ ਹੁਣ ਤੱਕ ਦੀਆਂ 75 ਸਾਲਾਂ ਦੀਆਂ ਸਰਕਾਰਾਂ ਨੇ ਆਪਦੀ ਜ਼ਿੰਮੇਵਾਰੀ, ਆਪਦੀ ਡਿਊਟੀ ਬੜੇ ਵਧੀਆ ਤੇ ਇਮਾਨਦਾਰ ਤਰੀਕੇ ਨਾਲ ਨਿਭਾਤੀ, ਉਹ ਤਾਂ ਬੇਸ਼ੱਕ ਕਾਂਗਰਸ ਅਕਾਲੀ ਦਲ ਨੂੰ ਵੋਟਾਂ ਪਾ ਦੇ। ਜੇ ਕਿਸੇ ਨੂੰ ਲੱਗਦਾ ਕਿ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ ਤੇ ਇੱਕ ਵਾਰ ਤਾਂ ਤੀਜਾ ਬਦਲ ਹੈ ਜਿਹੜਾ ਉਹ ਵਰਤ ਕੇ ਦੇਖਣਾ ਪੈਣਾ, ਕਿਉਂਕਿ ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ। ਠੀਕ ਹੈ। ਅਰੋੜਾ ਸਾਹਿਬ, ਤੁਹਾਡੀ ਪਾਰਟੀ ਨੇ ਬਹੁਤ ਸਾਰੀਆਂ ਟਿਕਟਾਂ ਅਨਾਉਂਸ ਕੀਤੀਆਂ ਨੇ। ਕੁਝ ਐਸੇ ਆਗੂ ਵੀ ਨੇ ਜਿਹੜੇ ਪੁਰਾਣੇ ਵਿਧਾਇਕ ਵੀ ਨੇ ਤੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ। ਰੋਪੜ ਤੋਂ ਅਮਰਜੀਤ ਸੰਦੋਆ ਦੀ ਟਿਕਟ ਕੱਟੀ ਗਈ, ਸੰਗਰੂਰ ਤੋਂ ਪੁਰਾਣੇ ਹਲਕਾ ਇੰਚਾਰਜ ਦੀ ਟਿਕਟ ਕੀਤੀ ਗਈ। ਇੱਕ ਰੋਸ ਪੈਦਾ ਹੋ ਰਿਹਾ ਇਹਨਾਂ ਆਗੂਆਂ ਦੇ ਵਿੱਚ। ਅਮਰਜੀਤ ਸੰਦੋਆ ਤਾਂ ਸਿੱਧੇ ਤੌਰ ਤੇ ਤੁਹਾਡੇ ਜਿਹੜੇ ਕੋ ਇੰਚਾਰਜ ਨੇ ਰਾਘਵ ਚੱਡਾ, ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਿ ਰਾਘਵ ਚੱਡਾ ਦੇ ਕਾਰਨ ਹੀ ਇਹ ਹੋਇਆ, ਤੇ ਨਾਲੇ ਉਹਨਾਂ ਨੇ ਤੁਹਾਡੇ ਜਿਹੜੇ ਮੌਜੂਦਾ ਹੁਣ ਤੁਸੀਂ ਅਨਾਉਂਸ ਕੀਤੀ ਆ ਜਿਨ੍ਹਾਂ ਦੇ ਲਈ ਟਿਕਟ ਰੋਪੜ ਤੋਂ, ਉਹ ਕਹਿੰਦੇ ਉਹ ਸਿੱਧਾ ਹੀ ਉਹਨਾਂ ਨੂੰ ਬਲੈਕ ਹੀ ਦੱਸ ਰਹੇ ਨੇ। ਨਹੀਂ ਚਲੋ ਇਹ ਤਾਂ ਮੈਂ ਨਹੀਂ ਕਹਿ ਸਕਦੀ ਜੋ ਕਿਸੇ ਨੂੰ ਕੀ ਦੱਸ ਰਹੇ ਨੇ। ਮੇਰੇ ਅਮਰਜੀਤ ਜੀ ਸਾਡੇ ਕੁਲੀਗ ਰਹੇ ਨੇ, ਸਾਡੇ ਭਰਾ ਨੇ। ਮੇਰੀ ਉਹਨਾਂ ਨਾਲ, ਮੈਂ ਸਵੇਰ ਦੇ ਐਕਚੁਅਲੀ ਬਿਜ਼ੀ ਜ਼ਿਆਦਾ ਰਿਹਾ, ਉਹਨਾਂ ਨਾਲ ਗੱਲ ਵੀ ਕਰਨੀ ਸੀਗੀ ਤੇ ਗੱਲ ਹੋ ਨਹੀਂ ਸਕੀ ਹੈਗੀ। ਪਰ ਇਹ ਤਾਂ ਚਲੋ ਜੋ ਦੇਖੋ ਪਾਰਟੀ ਫੈਸਲਾ ਕਰਦੀ ਹੈ, ਮੈਂ ਉਹਦੇ ਬਾਰੇ ਕੀ ਕਿੰਤੂ ਕਰ ਸਕਦਾ। ਤੁਹਾਨੂੰ ਲੱਗਦਾ ਵੀ ਜੋ ਜਿਸ ਤਰੀਕੇ ਨਾਲ ਉਹ ਪਾਰਟੀ ਛੱਡ ਕੇ ਕਾਂਗਰਸ ਰਹੇ ਸਾਲ 1.5 ਸਾਲ, ਇਸ ਗੱਲ ਦੀ ਸਜ਼ਾ ਦਿੱਤੀ ਹੈ ਫਿਰ ਪਾਰਟੀ ਨੇ ਉਹਨਾਂ ਨੂੰ? ਨਹੀਂ, ਇਸ ਗੱਲ ਦੀ ਸਜ਼ਾ ਤਾਂ ਨਹੀਂ ਮੈਨੂੰ ਲੱਗਦਾ, ਕਿਉਂਕਿ ਇੱਕ ਦੋ ਕੁਝ ਕੈਂਡੀਡੇਟਸ ਹੋਰ ਵੀ ਨੇ
ਜਿਹੜੇ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਸੀ, ਕਾਂਗਰਸ ਅਕਾਲੀ ਦਲ ਦੇ ਵਿੱਚ ਚਲੇ ਗਏ ਸੀਗੇ, ਉਹ ਵਾਪਸ ਵੀ ਆ ਗਏ ਤੇ ਉਹਨਾਂ ਨੂੰ ਟਿਕਟ ਹੈ ਜਿਹੜੀ ਦਿੱਤੀ ਗਈ ਹੈ। ਸੋ ਇਹੋ ਜਿਹਾ ਕੋਈ ਮੈਨੂੰ ਕੋਈ ਫਿਕਸਡ ਕ੍ਰਾਈਟੇਰੀਆ ਤਾਂ ਨਹੀਂ ਮੈਨੂੰ ਕੋਈ ਸੁਣਨ ਨੂੰ ਜਾਂ ਦੇਖਣ ਨੂੰ ਮਿਲਿਆ ਹੈਗਾ। ਸੋ ਹੁਣ ਉਹਦੇ ਵਿੱਚ ਕਾਰਨ ਕੀ ਰਹੇ ਨੇ, ਵਿਨੇਬਿਲਿਟੀ ਦੇ ਕ੍ਰਾਈਟੇਰੀਆ ਦੇ ਵਿੱਚ ਜਾਂ ਬਾਕੀ ਕ੍ਰਾਈਟੇਰੀਆਜ਼ ਦੇ ਵਿੱਚ ਅਮਰਜੀਤ ਸੰਦੋਆ ਕਿਉਂ ਨਹੀਂ ਫਿੱਟ ਹੋਏ ਹੈਗੇ, ਇਹ ਤਾਂ ਮੈਨੂੰ ਜਾਂ ਪਾਰਟੀ ਲੀਡਰਸ਼ਿਪ ਨਾਲ ਗੱਲ ਕਰਕੇ ਜਾਂ ਅਮਰਜੀਤ ਸੰਦੋਆ ਨਾਲ ਗੱਲ ਕਰਕੇ ਹੀ ਪਤਾ ਲੱਗੂ, ਉਹਦੀ ਮੈਂ ਕੁਝ ਕਹਿ ਸਕਦਾ। ਸਲਾਹ ਨਹੀਂ ਲਈਗੀ ਤਾਂ ਤੁਸੀਂ ਬਤੌਰ ਇੱਕ ਸੀਨੀਅਰ ਵਿਧਾਇਕ ਹੋ, ਤੁਹਾਡੀ ਸਲਾਹ ਨਹੀਂ ਲਈ ਜਾਂਦੀ ਫਿਰ ਟਿਕਟਾਂ ਜਦੋਂ ਵੰਡੀਆਂ ਜਾਂਦੀਆਂ ਸਾਰੇ? ਮੈਂ ਸੀਨੀਅਰ ਕੋਈ ਨਹੀਂ ਹੈ ਜੀ, ਮੈਂ ਤਾਂ ਬੜਾ ਛੋਟਾ ਜਿਹਾ ਨਿਮਾਣਾ। ਤੁਸੀਂ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ, ਪਾਰਟੀ ਦੇ ਵਿੱਚ ਜਿਹੜਾ ਤੁਹਾਡਾ ਸਥਾਨ ਆ ਉਹ ਸਾਨੂੰ ਪਤਾ, ਲੋਕਾਂ ਨੂੰ ਪਤਾ। ਇਹ ਤੁਹਾਡੀ ਭਰਾਵਾਂ ਦੀ ਨਜ਼ਰ ਇਨਾਇਤ ਹੈ ਕਿ ਤੁਸੀਂ ਮੈਨੂੰ ਇੰਨਾ ਸੀਨੀਅਰ ਮੰਨਦੇ ਹੋ, ਪਰ ਮੈਂ ਸਮਝਦਾ ਕਿ ਇਹ ਪ੍ਰੈਰੋਗੇਟਿਵ ਹੈ ਜਿਹੜਾ ਉਹ ਮੇਰਾ ਨਹੀਂ ਹੈਗਾ। ਮੈਂ ਪਾਰਟੀ ਤੇ ਬਾਕੀ ਐਮਐਲਏ ਦੀ ਤਰ੍ਹਾਂ ਇੱਕ ਐਮਐਲਏ ਆ। ਲੋਕਾਂ ਆਪਦੇ ਹਲਕੇ ਦੇ ਲੋਕਾਂ ਦੀ ਜਿਹੜੀ ਡਿਊਟੀ ਹੈ ਉਹ ਕਰਨ ਲੱਗਿਆ ਹੋਇਆ, ਸੇਵਾ ਕਰਨ ਲੱਗਿਆ ਹੋਇਆ। ਪਾਰਟੀ ਜਿੱਥੇ ਕੋਈ ਡਿਊਟੀ ਲਾਉਂਦੀ ਹੈ ਉਹ ਜ਼ਰੂਰ ਪੂਰੀ ਕਰ ਦੇਈਦੀ ਹੈ, ਪਰ ਬਿਨਾਂ ਡਿਊਟੀ ਤੋਂ, ਬਿਨਾਂ ਸਲਾਹ ਮੰਗੇ ਮੈਂ ਸਲਾਹ ਨਾ ਦੇਵਾਂ ਤੇ ਨਾ ਹੀ ਕੋਈ ਦੇਣ ਦਾ ਉਹਦਾ ਆਈਡੀਆ ਹੁੰਦਾ ਹੈ। ਅਖੀਰ ਦੇ ਵਿੱਚ ਆਪਾਂ ਤੁਹਾਡੇ ਹਲਕੇ ਜਿੱਥੇ ਅਸੀਂ ਬੈਠੇ ਹਾਂ ਸੁਨਾਮ ਦੀ ਗੱਲ ਕਰ ਲੈਂਦੇ ਹਾਂ। ਪਿਛਲੀ ਵਾਰ ਤੁਸੀਂ 30,000 ਤੋਂ ਉੱਪਰ ਵੋਟਾਂ ਦੇ ਨਾਲ ਜਿੱਤੇ ਹੋ, ਇਸ ਵਾਰ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ? ਅਕਾਲੀ ਦਲ ਨੇ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਣਾਇਆ ਸੀ, ਉਹ ਹਲਕਾ ਛੱਡ ਕੇ ਫਿਰ ਉਧਰ ਚਲੇ ਗਏ ਨੇ ਤੇ ਮਾਨ ਸਾਹਿਬ ਆ ਗਏ ਨੇ, ਤੇ ਉਧਰੋਂ ਦਮਨ ਕੌਰ ਬਾਜਵਾ ਕਹਿ ਰਹੇ ਨੇ। ਕਿਸ ਤਰ੍ਹਾਂ ਦਾ ਮੁਕਾਬਲਾ ਦੇਖ ਰਹੇ ਹੋ ਤੁਸੀਂ? ਦੇਖੋ, ਇਸ ਤਰ੍ਹਾਂ ਕਿ ਭਵਿੱਖ, ਮੈਂ ਭਾਈ ਸਭ ਕੋਈ ਭਵਿੱਖਬਾਣੀ ਤਾਂ ਨਹੀਂ ਕਰ ਸਕਦਾ ਹੈਗਾ, ਜੋਤਿਸ਼ ਦਾ ਤਾਂ ਮੈਨੂੰ ਕੋਈ ਗਿਆਨ ਨਹੀਂ ਹੈਗਾ, ਪਰ ਜਿੰਨਾ ਕੁ ਮੇਰਾ ਪੋਲੀਟੀਕਲ ਐਕਸਪੀਰੀਅੰਸ ਹੈ, 30 ਸਾਲ ਹੋ ਗਏ ਮੈਨੂੰ ਇਸੇ ਕੰਮ ਦੇ ਵਿੱਚ, ਇਸੇ ਹਲਕੇ ਦੇ ਵਿੱਚ, ਇਹਨਾਂ ਲੋਕਾਂ ਦੀ ਵੀ ਜਿਹੜਾ ਕਿ ਮੇਰਾ ਪਰਿਵਾਰ ਬਣੇ ਹੋਏ ਨੇ, ਉਹਨਾਂ ਦੇ ਵਿੱਚ ਵਿਚਰਦਿਆਂ ਨੂੰ ਮੈਨੂੰ ਰਿਜ਼ਲਟ ਕੀ ਹੋਣਗੇ ਇਹ ਤਾਂ ਪ੍ਰਮਾਤਮਾ ਨੂੰ, ਬਾਬੇ ਨਾਨਕ ਨੂੰ, ਬਾਲਾ ਜੀ ਨੂੰ ਪਤਾ ਹੈ, ਪਰ ਮੈਨੂੰ ਜਿਹੜਾ ਰਿਸਪੌਂਸ, ਜਿਹੜਾ ਫੀਡਬੈਕ, ਜਿਹੜਾ ਲੋਕਾਂ ਦੀ ਬੋਡੀ ਲੈਂਗੁਏਜ, ਜਿਹੜਾ ਉਹਨਾਂ ਦੇ ਮਿਲਣ ਗਿਲਣ ਦਾ ਤਰੀਕਾ, ਜਿਹੜੀ ਉਹਨਾਂ ਦੀ ਨਿੱਘ ਹੈ, ਉਹ ਮੈਨੂੰ 2017 ਨਾਲੋਂ ਵੀ ਬਹੁਤ ਵੱਧ ਤੇ ਵਧੀਆ ਲੱਗ ਰਹੀ ਹੈ। ਸੋ ਉਸ ਕਰਕੇ ਐਕਸਪੈਕਟਡ ਹੈ ਕਿ ਰਿਜ਼ਲਟਸ ਨੇ ਜਿਹੜੇ ਉਹ ਪ੍ਰਮਾਤਮਾ ਨੇ ਮਿਹਰ ਕੀਤੀ ਤਾਂ ਬੜੇ ਚੰਗੇ ਆਉਣਗੇ। ਆਪਾਂ ਮਿਹਨਤ ਕਰ ਸਕਦੇ ਹਾਂ। 5 ਸਾਲਾਂ ਦੇ ਵਿੱਚ ਚਾਹੇ ਸਰਕਾਰ ਨਹੀਂ ਸੀਗੀ, ਆਪੋਜੀਸ਼ਨ ਦੇ ਵਿੱਚ ਸੀਗੇ, ਸਰਕਾਰ ਦੇ ਨਾਲ ਲੜ ਘੁਲ ਕੇ ਜਾਂ ਸਰਕਾਰ ਕੋਲ ਬੇਨਤੀਆਂ ਕਰਕੇ ਜਿੰਨੇ ਕੁ ਕੰਮ ਸਰਕਾਰੀ ਤੌਰ ਤੇ ਕੀਤੇ ਜਾ ਸਕਦੇ ਸੀ ਉਹ ਵੀ ਕਰਾਏ ਨੇ, ਪਰ ਵੱਡੇ ਪੱਧਰ ਦੇ ਉੱਪਰ ਮੈਂ ਸਮਝਦਾ ਕਿ ਜੋ ਮੈਂ ਜ਼ਾਤੀ ਆਪਦੀ ਫਾਊਂਡੇਸ਼ਨ, ਮੇਰੇ ਪਿਤਾ ਸਵਰਗੀ ਭਗਵਾਨ ਦਾਸ ਜੀ ਅਰੋੜਾ ਦੇ ਨਾਮ ਤੇ ਮੈਂ ਫਾਊਂਡੇਸ਼ਨ ਬਣਾਈ ਹੋਈ ਹੈ, ਉਹਨਾਂ ਦੇ ਨਾਂ ਤੇ ਸੇਵਾ ਕੇਂਦਰ ਹੈ ਜਿਹੜਾ ਉਹ ਅਸੀਂ ਚਲਾ ਰਹੇ ਹਾਂ। ਹਜ਼ਾਰਾਂ ਲੋਕਾਂ ਨੂੰ ਸਰਵਿਸਿਜ਼ ਨੇ ਦੇ ਚੁੱਕੇ। ਡੈਂਟਲ ਮੈਡੀਕਲ ਕੈਂਪਸ ਨੇ, ਬੱਸ ਪਾਈ ਹੋਈ ਹੈ ਇੱਕ ਡੈਂਟਲ ਮੈਡੀਕਲ ਬੱਸ, ਉਹਦੇ ਜਿਹੜੇ ਸਰਵਿਸ ਚੱਲ ਰਹੀ ਹੈ। ਤਕਰੀਬਨ 2400 ਲੜਕੀਆਂ ਨੂੰ ਮੈਂ ਫ੍ਰੀ ਸਿਲਾਈ ਸੈਂਟਰ ਦੇ ਥਰੂ ਸਿਲਾਈ ਸਿਖਾ ਕੇ ਸਰਟੀਫਿਕੇਟ ਅਸੀਂ ਦੇ ਚੁੱਕੇ ਹਾਂ। ਇਸੇ ਤਰੀਕੇ ਦੇ ਨਾਲ ਸਪੋਰਟਸ, ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਨੇ ਜਿਹੜੀਆਂ ਉਹ ਦਿੰਦੇ ਤਾਂ ਕਿ ਉਹਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਸਰਕਾਰੀ ਸਕੂਲਾਂ ਦੇ ਵਿੱਚ 76 ਸਰਕਾਰੀ ਸਕੂਲਾਂ 'ਚ ਮੈਂ ਆਪਦੇ ਕੋਲੋਂ ਜਿਹੜੇ ਤੁਹਾਡੇ ਸਮਾਰਟ ਕਲਾਸਰੂਮਸ ਨੇ ਉਹ ਬਣਾ ਕੇ ਦੇ ਚੁੱਕੇ ਹਾਂ। 10 ਸਕੂਲਾਂ ਕਾਲਜਾਂ ਦੇ ਵਿੱਚ, ਸਰਕਾਰੀਆਂ ਦੇ ਵਿੱਚ ਲੜਕੀਆਂ ਦੇ ਵਾਸ਼ਰੂਮ ਬਣਾ ਕੇ ਦੇ ਚੁੱਕੇ। ਸੋ ਆਪਦੇ ਵੱਲੋਂ ਜਿੰਨਾ ਕੁ ਕੀਤਾ ਜਾ ਸਕਦਾ ਸੀਗਾ ਮੈਂ ਉਹਨੂੰ ਆਪਦੀ ਸਮਾਜਿਕ ਜ਼ਿੰਮੇਵਾਰੀ, ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਕੀਤਾ। ਹੁਣ ਉਸ ਚੀਜ਼ ਨੂੰ ਕਿੰਨਾ ਐਪਰੀਸ਼ੀਏਟ ਕਰਨਾ ਹੈ, ਕਿੰਨਾ ਨਹੀਂ ਕਰਨਾ ਹੈਗਾ, ਇਹ ਤਾਂ ਸਮਾਜ ਦੇ ਲੋਕਾਂ ਨੇ, ਜਿਹੜੇ ਜਿਨ੍ਹਾਂ ਨੇ ਮੇਰੀ ਕਿਸਮਤ ਲਿਖਣੀ ਹੈ ਤਾਂ ਉਹਨਾਂ ਨੇ ਦੇਖਣਾ। ਜੇ ਲੋਕ ਤੁਹਾਡੀ ਪਾਰਟੀ ਨੂੰ, ਤੁਹਾਨੂੰ ਮੈਂਡੇਟ ਦੇ ਦਿੰਦੇ ਆ, ਤੁਹਾਡੀ ਸਰਕਾਰ ਬਣਦੀ ਹੈ, ਕਿਹੜੀਆਂ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਸੀਂ ਆਪਣੇ ਹਲਕੇ 'ਚ ਫਿਰ ਲੈ ਕੇ ਆਉਣਾ ਚਾਹੁੰਦੇ ਹੋ, ਜਿਹੜੀਆਂ ਹੁਣ ਤੱਕ ਨਹੀਂ ਤੁਹਾਡੇ ਹਲਕੇ 'ਚ ਮਿਲੀਆਂ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਸਾਰੀਆਂ ਪ੍ਰੋਬਲਮਸ ਦੀ ਜੜ ਇੱਕੋ ਹੀ ਹੁੰਦਾ ਕਿ ਲੋਕਾਂ ਕੋਲ, ਨੌਜਵਾਨ ਮੁੰਡੇ ਕੁੜੀਆਂ ਕੋਲੇ ਜੌਬਸ ਦੇ ਮੌਕੇ ਨਹੀਂ ਹੈਗੇ, ਜੌਬ ਓਪਰਚੁਨਿਟੀਜ਼ ਨਹੀਂ ਹੈਗੀਆਂ। ਵੱਡੀ ਸਰਕਾਰੀ ਤੌਰ ਤੇ, ਅਰਧ ਸਰਕਾਰੀ ਤੌਰ ਦੇ ਉੱਪਰ ਤਾਂ ਜਿੰਨਾ ਹੋ ਸਕਦਾ ਇੱਕ ਲਿਮਿਟਡ ਹੁੰਦਾ ਉਹ, ਪਰ ਵੱਡੀ ਇੰਡਸਟਰੀ ਜਿਹੜੀ ਉਹ ਲੈ ਕੇ ਆਊਂਗਾ ਮੈਂ ਸੁਨਾਮ ਹਲਕੇ ਜਦੋਂ ਸਰਕਾਰ ਛੱਤ ਪੈ ਜਾਂਦਾ, ਤਾਂ ਕਿ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਨੇ ਜਿਹੜੀਆਂ ਉਹ ਮਿਲ ਸਕਣ। ਜਦੋਂ ਉਹਨਾਂ ਨੂੰ ਨੌਕਰੀ ਮਿਲੇਗੀ, ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਖੁਸ਼ਹਾਲੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ। ਉਹਨਾਂ ਆਪਦੇ ਪੈਰਾਂ ਤੇ ਉਹ ਪਰਿਵਾਰ ਖੜੇ ਹੋਣੇ ਸ਼ੁਰੂ ਹੋਣਗੇ। ਨੌਜਵਾਨ ਬੱਚੇ ਨੇ ਜਿਹੜੇ ਉਹ ਨਸ਼ਿਆਂ ਤੋਂ ਦੂਰ ਹੋਣਗੇ। ਸਾਰੀ ਚੀਜ਼ ਹੈ ਜਿਹੜੀ ਉਹ ਇਕੋਨਮੀ, ਚਾਹੇ ਉਹ ਸਟੇਟ ਦੀ ਇਕੋਨਮੀ, ਚਾਹੇ ਘਰ ਦੀ ਇਕੋਨਮੀ ਹੈ, ਉਹਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈ। ਇਹ ਪਹਿਲੀ ਪ੍ਰਾਇੋਰਟੀ ਹੋਏਗਾ।
ਹੈਲਥ ਔਰ ਐਜੂਕੇਸ਼ਨ ਦੋ ਇਹੋ ਜਿਹੇ ਸੈਕਟਰਸ ਨੇ ਜਿਹੜੇ ਸਾਡੀ ਪਾਰਟੀ ਦੇ ਵੀ, ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਦੇ ਵੀ ਤੇ ਮੇਰੇ ਦਿਲ ਦੇ ਬਹੁਤ ਨੇੜੇ ਨੇ। ਉਹ ਵਰਲਡ ਕਲਾਸ ਜਿਹੜੇ ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ, ਉਹ ਅਸੀਂ ਇਨਫਰਾਸਟ੍ਰਕਚਰਲ ਸਿਸਟਮ ਹੈ ਜਿਹੜਾ ਉਹ ਇੱਥੇ ਡਿਵੈਲਪ ਕਰਾਂਗੇ। ਸਾਡੇ ਸ਼ਹਿਰ ਦੇ ਵਿੱਚ ਤਕਰੀਬਨ 10 ਏਕੜ ਦੇ ਕਰੀਬ ਜਗ੍ਹਾ ਜਿਹੜੀ ਉਹ ਟੋਭੇ ਦੇ ਰੂਪ ਦੇ ਵਿੱਚ ਬੇਕਾਰ ਪਈ ਹੈ, ਉਹਨੂੰ ਪਾਰਕਿੰਗ ਵਜੋਂ ਉਹਨੂੰ ਇੱਕ ਅਜਿਹਾ ਪ੍ਰੋਜੈਕਟ ਮੇਰੇ ਮਾਈਂਡ ਦੇ ਵਿੱਚ ਹੈ, ਮੈਂ ਡਿਸਕਸ ਕਈ ਹਾਇਰ ਲੈਵਲ ਦੇ ਉੱਪਰ ਕੀਤਾ ਹੋਇਆ। ਇਹੋ ਜਿਹਾ ਪ੍ਰੋਜੈਕਟ ਤਿਆਰ ਕੀਤਾ ਜਾਏਗਾ ਜਿਹਦੇ ਨਾਲ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੀ, ਪਾਰਕਿੰਗ ਦੀ ਸਮੱਸਿਆ ਹੈ ਉਹ ਦੂਰ ਹੋ ਜਾਏਗੀ। ਇਹ ਸਾਰੀਆਂ ਸਪੋਰਟਸ ਦੇ ਜਿਹੜੇ ਸਟੇਡੀਅਮ ਨੇ ਉਹ ਬਣਾਏ ਜਾਣਗੇ। ਇਹ ਸਾਰੀਆਂ ਚੀਜ਼ਾਂ ਨੇ ਮੈਂ ਸਮਝਦਾ ਕਿ ਜਿਹੜੀਆਂ ਲੈ ਕੇ ਸੁਨਾਮ ਦੇ ਵਿੱਚ ਅਸੀਂ ਆਵਾਂਗੇ। ਪਾਣੀ ਦੀ ਨਿਕਾਸੀ ਦਾ, ਸੀਵਰੇਜ ਵਾਲੇ ਪਾਣੀ ਦਾ, ਪੀਣ ਦੇ ਪਾਣੀ ਦਾ 75 ਸਾਲਾਂ ਦੇ ਵਿੱਚ ਇਹ ਨਹੀਂ ਮਸਲਾ ਹੱਲ ਹੋਇਆ ਹੈਗਾ। ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਫੋਕਸ ਰਹੇਗਾ। ਬਹੁਤ ਬਹੁਤ ਸ਼ੁਕਰੀਆ ਅਰੋੜਾ ਸਾਹਿਬ ਔਨ 에ਅਰ ਦੇ ਨਾਲ ਗੱਲਬਾਤ। ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਸੋ ਅਮਨ ਅਰੋੜਾ ਹਲਕਾ ਸੁਨਾਮ ਤੋਂ ਮੌਜੂਦਾ ਆਪ ਦੇ ਵਿਧਾਇਕ ਨੇ। ਅਗਲੀ ਵਾਰ ਵੀ 22 ਦੇ ਵਿੱਚ ਹੁਣ ਟਿਕਟ ਇਹਨਾਂ ਨੂੰ ਮਿਲ ਗਈ ਹੈ, ਚੋਣ ਲੜਨ ਜਾ ਰਹੇ ਨੇ। ਜਿਸ ਤਰੀਕੇ ਨਾਲ ਕਿਹਾ ਇਹਨਾਂ ਨੇ ਕਿ ਹਲਕੇ ਦੇ ਵਿੱਚ ਹੁਣ ਅਗਲੀ ਵਾਰ ਜਿੱਤ ਕੇ ਜਾਂ ਫਿਰ ਸਰਕਾਰ ਬਣਾ ਕੇ ਉਹਨਾਂ ਦਾ ਮੁੱਖ ਮੰਤਵ ਰਹੇਗਾ ਕਿ ਸਿਹਤ ਤੇ ਸਿੱਖਿਆ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਵੇ ਤੇ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਲਈ ਉਹ ਇੰਡਸਟਰੀ ਇਸ ਇਲਾਕੇ ਦੇ ਵਿੱਚ ਲੈ ਕੇ ਆਉਣਗੇ। ਸੋ ਫਿਲਹਾਲ ਦੇ ਲਈ ਸਿਰਫ ਐਡਾ ਹੀ। ਹੁਣ ਮੈਨੂੰ ਤੇ ਮੇਰੇ ਸਹਿਯੋਗੀ ਕੈਮਰਾ ਪਰਸਨ ਨਿਸ਼ਾਨ ਸਿੰਘ ਨੂੰ ਆਗਿਆ ਦਿਓ। ਔਨ 에ਅਰ ਸੁਨਾਮ।